यो गुरु करी बनवास, खंब विकंदड़े जे लहा, कि ना स्वामी तोल, तन जड़ाई अपने, लहा सो सज्जन टोल। कोट पराध हमारी खंडो, अनक विधि समझावो, हम अज्ञान अल्प मत थोरी, मत थोरी। हम अज्ञान अल्प मत थोरी, तुम आपन बिरत रखावो। हम अज्ञान अल्प मत थोरी, तुम आपन बिरत रखावो। सतगुरु नूं लाड लडाउण आए गुरसिख प्यार वालिओ, सतगुरु जी दी सुखां भरी बुक्कल विच बैठण दा मौका मिलिआ। करो किरपा, मन बिरतियां एकाग्र करिए। सब तो पहलां गुरु फतेह दी सांझ पाइए। प्यार सत्कार नाल आखो जी वाहिगुरू जी का खालसा, वाहिगुरू जी की फतेह। माया मोह विच भुल्ले भटके मन नूं गुरमुख प्यारे भाई दर्शन सिंह जी, भाई महेंद्र सिंह जी, उन्हां दे जथे ने बड़ी प्यारी एक आवाज़ मारी है, मन परदेसी वे प्यारे आओ करे। मन तैनू नाल जुड़ के ही परमेश्वर की प्राप्ति होनी है, पैसे नाल नहीं। बहुत प्यारी विचार उन्होंने बख्शिश की। सतगुरु कृपा करे, गुरु चरणों नाल होर नेड़ता बनावे। थोड़े जे अखर मैं चल रही लड़ी के मुताबिक कह देना चाहना ताकि साडा संबंध जुड़ जाए। पिछले दिनों च आपां ने विचारिया सी, गुरु नानक साहब जी का प्रकाश होया, विलखण किस्म का उन्हां दा बचपन है। जवानी विच लोग शरारती हो जाते हैं, पर धन गुरु नानक साहब जी का इतना बड़ा सहज है, घरदिआं नूं भी शक पै गया शायद कोई रोग ना होवे। वैद बुलाया, उहदी पकड़ विच गल ना आई। गुरु नानक साहब जी एक चंगे व्यापारी ने, एक चंगे पति ने, चंगे पुत ने, चंगे बाप ने। उन्हें मोदी खाने की कार की। संसार के अंदर ऐसे बहुत लोग ने जिहड़े किसी का दुख देख सकते हैं, पर देख के कर कुछ नहीं सकते। लेकिन जिहड़ा मेरा सतगुरु है ना, वो अंतरजामी करने हारा। किसी का दुख देख के बस बैठ नहीं जाते, उहदे लई कुछ करते भी ने। सोई खसम हमारा, मेरा तो गुरु होए। तो गुरु नानक साहब जी ने तड़फदी लुकाई नूं देख के इनू बख्शिश दे छट्टे मारन वास्ते गुरु जी ने घर के सारे सुख आराम त्याग के बाहर लोकां नूं संसार नूं सीधे राहे पाउण तुरे होए ने। उहदे विचों आपां कुछ कु हिस्सा उन्हां दी उदासी का पहला पक्ष देखिया सी। 8.25 साल का समा लग्या।
ਉਹਦੇ ਵਿੱਚੋਂ ਕੁਝ ਹਿੱਸਾ ਅੱਜ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਗਏ ਸਨ, ਇੱਥੋਂ ਵਿਚਾਰ ਆਪਾਂ ਕੱਲ ਛੱਡੀ ਸੀ। ਇੱਥੋਂ ਕੁਝ ਦੂਰੀ ਤੇ ਇੱਕ ਪਾਵਨ ਸਥਾਨ ਜਿਹਨੂੰ ਅੱਜ ਅਸੀਂ ਨਾਨਕ ਮੱਤਾ ਸਾਹਿਬ ਕਹਿੰਦੇ ਹਾਂ, ਇਹਦਾ ਪਹਿਲਾ ਨਾਂ ਗੋਰਖ ਮੱਤਾ ਹੈ। ਗੋਰਖ ਮੱਤੇ ਦਾ ਅਰਥ ਹੁੰਦਾ ਸੀ ਜਿੱਥੇ ਗੋਰਖ ਦੇ ਮਤ ਦੀ ਮਰਿਆਦਾ ਚੱਲਦੀ ਹੈ, ਉੱਥੇ ਲੋਕੀ ਜੋਗੀ ਦੂਰੋਂ ਪਾਰੋਂ ਆ ਕੇ ਬੈਠਦੇ ਸਨ। ਬੜੀ ਸੰਸਾਰ ਵਿੱਚ ਚਰਚਾ ਸੀ ਉਹਨਾਂ ਦੀ, ਤੇ ਜੋਗੀਆਂ ਨੇ ਆਮ ਲੋਕਾਂ ਨੂੰ ਸਮਝਾਉਣ ਦੀ ਬਜਾਏ ਡਰਾਇਆ ਬਹੁਤ ਹੋਇਆ ਸੀ। ਗ੍ਰਸਤੀ ਲੋਕ ਬੜੇ ਡਰੇ ਹੁੰਦੇ ਸਨ। ਜੋਗੀ ਇਹ ਭਰਮ ਭੁਲੇਖਾ ਪਾ ਦਿੰਦੇ ਸਨ ਵੀ ਜੇ ਤੁਹਾਨੂੰ ਸ਼ਰਾਪ ਦੇ ਦਿੱਤਾ ਕਦੇ ਟਿਕਾ ਨਹੀਂ ਮਿਲਣਾ। ਅੱਜ ਵੀ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ। ਗੁਰੂ ਨਾਨਕ ਸਾਹਿਬ ਜੀ ਗੋਰਖ ਮੱਤਾ ਸਾਹਿਬ ਗਏ, ਗੋਰਖ ਮੱਤਾ ਗਏ। ਹੁਣ ਕੁਦਰਤੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਨਾਲ ਜੋਗੀਆਂ ਦੀ ਚਰਚਾ ਹੋਈ। ਇਹ ਪਹਿਲੀ ਚਰਚਾ, ਜੋਗੀਆਂ ਨਾਲ 3 ਚਰਚਾ ਹੋਣੀਆਂ ਨੇ। ਜਿਉਂ ਜਿਉਂ ਅੱਗੇ ਗੱਲ ਚੱਲੇਗੀ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ। ਹੁਣ ਜੋਗੀਆਂ ਦੇ ਮਨਾਂ 'ਚ ਭਰਮ ਬੜਾ ਹੁੰਦਾ ਸੀ ਵੀ ਇਹ ਤਾਂ ਗ੍ਰਸਤੀ ਨੇ, ਅਸੀਂ ਤਾਂ ਇੱਕ ਪਲ ਵਿੱਚ ਇਹਨਾਂ ਨੂੰ ਅੱਗੇ ਲਾ ਲੈਣਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨਾਲ ਚਰਚਾ ਹੋਈ ਤੇ ਹੈਰਾਨ ਹੋਏ ਵੀ ਇਤਨੀ ਗੰਭੀਰ ਵਿਚਾਰ ਇਹਨਾਂ ਦੀ, ਇਤਨੀ ਗਹਿਰ ਗੰਭੀਰ ਵਿਚਾਰ। ਉੱਥੇ ਜਿਹੜੇ ਪ੍ਰਮੁੱਖ ਜੋਗੀ ਨੇ ਉਹ 2 ਨੇ, ਇੱਕ ਭੰਗਰਨਾਥ ਤੇ ਇੱਕ ਝੰਗਰਨਾਥ। ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ 2 ਨਾਂ ਲਿਖੇ ਨੇ। ਹੁਣ ਉਹ ਗੁਰੂ ਨਾਨਕ ਸਾਹਿਬ ਜੀ ਨਾਲ ਕਈ ਤਰ੍ਹਾਂ ਦੀ ਚਰਚਾ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਆਖੇ ਵੀ ਜੋਗੀ ਜੀ, ਅਸਲ ਵਿੱਚ ਜੁੜਨ ਦੀ ਜੁਗਤ ਤੁਸੀਂ ਨਹੀਂ ਪਛਾਣੀ। ਜੁਗਤ ਆਉਂਦੀ ਹੋਵੇ ਬੰਦਾ ਕਿਤੇ ਬੈਠ ਕੇ ਵੀ ਉਹਨੂੰ ਕਮਾ ਸਕਦਾ, ਫਿਰ ਜ਼ਰੂਰੀ ਨਹੀਂ ਆਡੰਬਰ ਰਚਣ ਦੀ ਲੋੜ। ਅੰਮ੍ਰਿਤ ਬਾਣੀ ਦਾ ਇੱਕ ਪਵਿੱਤਰ ਸ਼ਬਦ ਬੜੀ ਧਿਆਨ ਨਾਲ ਸੁਣਿਓ। ਜੋਗ ਨਾ ਖਿੰਠਾ ਜੋਗ ਨਾ ਡੰਡਾ, ਜੋਗ ਨਾ ਪਸਮ ਚੜਾਈਏ, ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈਏ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਅੰਜਨ ਦਾ ਅਰਥ ਹੁੰਦਾ ਕਾਲਖ। ਜਦੋਂ ਤੁਸੀਂ ਘਰ ਪਰਿਵਾਰ ਮੋਹ ਮਮਤਾ ਦੀ ਕਾਲਖ ਵਿੱਚ ਰਹਿੰਦੇ ਹੋ ਪਰ ਆਪਣੇ ਆਪ ਨੂੰ ਦਾਗ ਨਹੀਂ ਲੱਗਣ ਦਿੰਦੇ, ਅਸਲੀ ਜੁਗਤੀ ਤਾਂ ਆ ਹੈ। ਜੇ ਕਾਲਖ ਨੂੰ ਇਹ ਛੱਡ ਕੇ ਬਾਹਰ ਆ ਕੇ ਬੈਠ ਗਏ ਵੀ ਮੈਂ ਤਾਂ ਕਾਲਖ ਦੇ ਨੇੜੇ ਨਹੀਂ ਜਾਣਾ, ਫਿਰ ਤੁਸੀਂ ਥੋੜ੍ਹਾ ਬਚੇ ਆ, ਫਿਰ ਤਾਂ ਕਾਲਖ ਤੋਂ ਦੂਰ ਹੋ ਗਏ। ਆਨੰਦ ਤੇ ਇਸ ਗੱਲ ਦਾ ਕਾਲਖ ਵਿੱਚ ਰਹਿੰਦਿਆਂ ਦਾਗ ਨਹੀਂ ਲੱਗਣ ਦੇਣੇ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਬਣਿਆ ਜਾਂਦਾ, ਰੱਬ ਦਾ ਮਿਲਾਪ ਨਹੀਂ ਹੁੰਦਾ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣਾ, ਜੋਗੀ ਕਹੀਏ ਸੋਈ। ਕਹਿੰਦੇ ਤੁਸੀਂ ਤਾਂ ਉੱਚੇ ਨੀਵੇਂ ਸਮਝਦੇ ਹੋ, ਆਪਣੇ ਆਪ ਨੂੰ ਉੱਤਮ ਸਮਝਦੇ ਹੋ, ਗ੍ਰਸਤੀਆਂ ਨੂੰ ਨੀਵੇਂ ਸਮਝਦੇ ਹੋ। ਹੋਏ ਅਤੀਤ ਗ੍ਰਸਟ ਤਾਜ, ਫਿਰ ਉਹਨੇ ਕਰ ਮੰਗਣ ਜਾਈ। ਤੇ ਜੋਗੀਆਂ ਤੁਸੀਂ ਤਾਂ ਗ੍ਰਸਤੀਆਂ ਨੂੰ ਬੜਾ ਨਿੰਦਦੇ ਹੋ, ਤੇ ਜੋਗੀ ਤਾਂ ਉਹ ਹੁੰਦਾ ਜਿਹੜਾ ਏਕ ਦ੍ਰਿਸ਼ਟ ਕਰ ਸਮਸਰ ਜਾਣਾ, ਸਾਰਿਆਂ ਨੂੰ ਇੱਕੋ ਜਿਹਾ ਸਮਝਦਾ। ਧਰਮੀ ਬੰਦਾ ਹੋ ਕੇ ਵੀ ਤੁਸੀਂ ਭਰਮ ਪਾਲੀ ਬੈਠੇ ਹੋ। ਕਈ ਤਰ੍ਹਾਂ ਦੀ ਵਿਚਾਰ ਚਰਚਾ ਗੁਰੂ ਨਾਨਕ ਸਾਹਿਬ ਜੀ ਨਾਲ ਹੋਈ। ਹੁਣ ਜੋਗੀ ਜਿਹੜੇ ਸਨ ਉਹ ਹੋਸ਼ੇ ਬੜੇ ਉੱਤਰ ਆਉਂਦੇ ਸਨ। ਉਹਨਾਂ ਵੇਖਿਆ ਵੀ ਸਾਡਾ ਗਿਆਨ ਵਿੱਚ ਤੇ ਗੱਲ ਨਹੀਂ ਬਣਦੀ। ਉਹਨਾਂ ਨੇ ਆਖਰ ਇੱਕ ਨਵਾਂ ਹੀ ਢੰਗ ਅਪਣਾ ਲਿਆ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਅਸੀਂ ਬੜੀ ਸੁਣੀ ਹੈ ਤੁਹਾਡੀ ਚਰਚਾ ਵੀ ਤੁਸੀਂ ਵੰਡ ਖਾਣ ਤੇ ਬੜਾ ਜ਼ੋਰ ਦਿੰਦੇ ਹੋ, ਵੀ ਵੰਡ ਕੇ ਛਕੀਏ ਬੜਾ ਜ਼ੋਰ ਦਿੰਦੇ ਹੋ। ਕਦੇ ਤੁਸੀਂ ਜੋਗੀਆਂ ਦੇ ਨਾਂ ਤੇ ਲੰਗਰ ਲਾਉਂਦੇ ਹੋ, ਸੱਚੇ ਸੌਦਿਆਂ ਦੀ ਗੱਲ ਕਰਦੇ ਹੋ। ਕਦੇ ਸੁਲਤਾਨਪੁਰ ਲੋਧੀ ਵਿੱਚ ਬੈਠ ਕੇ ਤੁਸੀਂ ਗਰੀਬ ਲੋਕਾਂ ਨਾਲ ਵੰਡ ਕੇ ਖਾਂਦੇ ਹੋ। ਇਹ ਜਿਹੜਾ ਵੰਡ ਕੇ ਖਾਣਾ ਇਹ ਤੁਹਾਡੇ ਕੋਲ ਹੀ ਹੋ ਸਕਦਾ, ਜੋਗੀਆਂ ਦੀ ਜ਼ਿੰਦਗੀ 'ਚ ਨਹੀਂ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਗਜਬ ਦੀ ਬਾਤ ਆਖੀ। ਕਹਿਣ ਲੱਗੇ, ਜੋਗੀ ਜੀ ਬੰਦੇ ਦੀ ਨੀਅਤ ਹੋਣੀ ਚਾਹੀਦੀ ਹੈ ਤੇ ਵੰਡਿਆ ਕਿਤੇ ਵੀ ਜਾ ਸਕਦਾ ਹੈ। ਕਹਿਣ ਲੱਗੇ, ਨਹੀਂ ਇਹ ਸੰਭਵ ਨਹੀਂ ਹੈ। ਹਜ਼ੂਰ ਕਹਿਣ ਲੱਗੇ, ਨਹੀਂ ਸੰਭਵ ਹੈ, ਜੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ। ਜੋਗੀ ਸ਼ਰਾਰਤੀ ਬੜੇ ਸਨ, ਉਹਨਾਂ ਨੇ ਇੱਕ ਤਿਲ ਦਿੱਤਾ। ਇੱਕ ਤਿਲ, ਤੁਸੀਂ ਸਮਝਦੇ ਹੋ ਤਿਲ ਕਿੱਡਾ ਕੁ ਹੁੰਦਾ ਹੈ।
कहन लगे इन्हां नूं वंड के दिखाओ, ये सारे जोगी जिन्ने बैठे ने इन्हां नूं वंड के दिखाओ, एक तिल किवें वंडोगे। हजूर कहन लगे कोई गल नहीं, भाई मरदाना जी नूं भेजिया। कहन लगे एक बाटा पानी का भर लिया, बाटा पानी का भर लिया। सतगुरु जी ने वो तिल जिहड़ा सी ना 2 पत्थरां ते रख के रगड़ लिया, रगड़ के पाउडर जिहा बना के उस पानी विच झाड़ दिता ते कहन लगे भी इस पानी की एक एक घुट पी के देखो, ईमानदारी नाल दस्सिओ तुहानूं तिल दा स्वाद आएगा। बंदा चाहे तो एक तिल भी वंडिया जा सकता है। जोगियां दे कोल कोई गल ना रही। तुसीं देखो किड्डा वड्डा पलटा है। अज तक गृष्टी लोग डरते सन, जोगी अपने आप को उत्तम समझते सन। गुरु नानक साहब जी ने कैसी गजब दी विचार की होगी उस थां दे उत्ते, और सारे इलाके विचों लोकां ने जोगी भजा दिते। जिथे अगे गोरख मत की गल चलती सी ना, उत्थे नानक दा मत चल पिया, नानक मत चल पिया। लोग गुरु नानक साहब जी सिੱਖਿਆ ਨੂੰ ग्रहण करन लग पे ते घर घर सतगुरु जी की पूजा होने लग पई। सारे लोग सन जिहड़े वो गुरु नानक साहब जी की दित्ती हुई सिੱਖਿਆ ਨੂੰ कमाउण लग पे। मैं एक बारी तुहानूं वार-वार फिर बेनती करनी चाहुंदा, प्यार वालिओ, किते गुरु नानक साहब का जीवन पढ़ के देखो। जदों अपने विरसे की पछाण आ जाए ना, मेरे को एडा कीमती विरसा है, फिर तो सिख वैसे ही अपने आप को बहुत पातशाह के पातशाह का पुत्र समझदा है। बदकिस्मती है असीं कदे गुरु इतिहास नूं उस अख नाल वेखिया ही नहीं तो बाबाणियां कहानियां पुत सपुत करेन। गुरु नानक साहब के बोलों च किड्डी वड्डी चर्चा होवेगी, किड्डी वड्डी जान होवेगी उन्हां दे शब्दां विच। जोगियां दे पखंड उड़ गए। सिद्ध आसन सब जगत दे, नानक आद मते जे कोआ। कहन लगे उन्होंने थां दे उत्ते गुरु नानक साहब का मत भारू हो गया। जोगियां दी लंबे समय की चली आ रही विचारधारा लोगों ने नकार के रख दी। सानू इहो जिहे दी लोड़ नहीं, सानू तां धन गुरु नानक साहब के मिठड़े बोल चाहिए ने। मैं अपने धियां पुत्तां नूं गोद विच बिठा के भी जे मैं सच्चा धर्मी बन सकदा, मैनूं इहो जिहे जोगियां वाले धर्म की लोड़ नहीं। जोगी शर्मिंदे होए, फिर उन्होंने शरारत की। गुरु नानक साहब जी की पारखू अख ने उहदा भी जवाब दे दिता। जदों भाई मरदाना जी वर्गियां नूं रीठे खुआ खुआ के यह भी स्पष्ट कर दिता तुहाडीआं नज़रां च कौड़े होणगे, मालिक ने कृपा कर दी। जोगियां दी इतनी हेठी होई, वो किसी नाल गल करन जोगे ना रहे। इत्थों अगे तुर के धन गुरु नानक साहब जी बनारस की धरती ते जाते हैं। एक पल मैं रुकन लगा। बेनती करा, सारे पीर पैगंबरां ने प्रचार किया, इस गल च कोई दोरामा नहीं, पर उन्हें सिर्फ अपने अपने एरिए च किया है, इलाके च किया, जां दूजे शब्दां च यूं कह लीए भी अपने लोगों लई किया है। कुरान मजीद बड़ी पाक पवित्र उन्हां दी पवित्र ग्रंथ है, पर वो है तो कदे मुसलमानों जोगा है ना। इवें घर घर बूहे गरीब तो अमीरां दे। जोगियां नाल की वास्ता सी गुरु नानक साहब जी नूं? जोगियां कोलों की लेना सी? पर तुसीं देखो गुरु नानक साहब जी उन्हां जोगियां नूं भी दस रहे ने भी भाई हीरे वर्गा जन्म ना गवावो, आ रब नूं मिलण दा तरीका नहीं जिहड़ा तुसीं बनाई बैठे हो। की वास्ता सी गुरु नानक साहब ने जोगियां? उस तो अगे चलीए, बनारस की धरती वल गए, क्योंकि जोगियां नाल मिलाप ये बहुत घट है, छोटा मिलाप है। 3 चर्चा हुई ने, मैं ज्यों ज्यों वक्त आया तो तुहाडे नाल साझी करा। बनारस की धरती ते गए ते बनारस की धरती जिहड़ी वो बड़ी प्रसिद्ध है। 7 पुरियां ने, हिंदू धर्म दीयां 7 पुरियां। पुरी मतलब शहर, पवित्र शहर ने 7। उन्हां 7 पुरियां विचों एक पुरी बनारस है। वाराणसी, कंशी, ये कई नाम ने। उस बनारस की धरती उत्ते उन्होंने कई तरह के पखंड खिलारे हुए सन। जिहड़ा इत्थे अपनी जिंदगी का त्याग कर देंदा है, वो सीधा स्वर्ग नूं जांदा है। तरह तरह दी गल्लां महात्मा बुद्ध ने पहला जिहड़ा लैक्चर दिता सी जदों उन्होंने ज्ञान होया सी, ते बनारस की धरती ते दिता सी। बनारस की धरती ते बड़े स्कॉलर बंदे बैठे सन।
ਜਿਹੜੇ ਵਿਦਿਆ ਦੇ ਬਹੁਤ ਮਾਹਰ ਹੁੰਦੇ ਸਨ। ਪਹਿਲਾਂ ਬਨਾਰਸ ਵਿੱਚ ਹੀ ਸਾਰੀ ਚਰਚਾ ਹੁੰਦੀ ਸੀ। ਉਸ ਤੋਂ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ ਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚਰਚਾ ਵੀ ਘਰ ਘਰ ਹੋ ਰਹੀ ਸੀ, ਕਿਉਂਕਿ ਉਹਨਾਂ ਨੇ ਹਰ ਤਰ੍ਹਾਂ ਦੇ ਪਖੰਡ ਨੂੰ ਉਘੇੜ ਦਿੱਤਾ ਸੀ। ਤੇ ਉਹਨਾਂ ਨੇ ਸੋਚਿਆ ਵੀ ਕਿਤੇ ਸਾਡੇ ਤੇ ਵੀ ਭਾਰੂ ਨਾ ਹੋ ਜਾਣ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਪਹਿਲਾਂ ਹੀ ਨਿਖੇਧੀ ਕਰ ਦਈਏ। ਇੱਕ ਬਹੁਤ ਪੜ੍ਹਿਆ ਲਿਖਿਆ ਸਿਆਣਪ ਹੋਣੀ ਇੱਕ ਵੱਖਰੀ ਗੱਲ ਹੈ। ਇੱਕ ਬਹੁਤ ਪੜ੍ਹਿਆ ਲਿਖਿਆ ਪੰਡਿਤ ਚਤਰਦਾਸ ਉਹਦਾ ਨਾਂ ਹੈ, ਉਹ ਅੱਗੇ ਲੱਗ ਕੇ ਤੇ ਇੱਕ ਟੋਲਾ ਲੈ ਕੇ ਪੁਜਾਰੀਆਂ ਦਾ, ਤੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਆਏ। ਕਹਿਣ ਲੱਗੇ ਵੀ ਤੁਸੀਂ ਘਰ ਘਰ ਹੋਕਾ ਦਿੰਦੇ ਹੋ ਲੋਕਾਂ ਨੂੰ ਧਰਮੀ ਬਣਨ ਦਾ, ਤੇ ਤੁਸੀਂ ਤਾਂ ਖੁਦ ਧਰਮੀ ਨਹੀਂ, ਐਵੇਂ ਲੋਕਾਂ ਨੂੰ ਪਖੰਡ ਕਰ ਰਹੇ ਹੋ। ਹਜ਼ੂਰ ਵਿੱਚ ਸਹਿਜ ਬੜਾ ਸੀ, ਬੜਾ ਠਰਮਾ ਰੱਖਦੇ ਸਨ ਸਤਿਗੁਰੂ, ਕੁਛ ਨਾ ਬੋਲੇ। ਕਹਿਣ ਲੱਗੇ ਧਰਮ ਜਿਹੜਾ ਨਾ ਉਹ ਕੁਛ ਨਿਸ਼ਾਨੀਆਂ ਰਾਹੀਂ ਪ੍ਰਗਟ ਹੁੰਦਾ ਹੈ, ਤੇ ਤੁਹਾਡੇ ਕੋਲ ਤਾਂ ਨਿਸ਼ਾਨੀ ਕੋਈ ਨਹੀਂ ਧਰਮ ਦੀ। ਸਾਲ ਗ੍ਰਾਮ ਇੱਕ ਛੋਟਾ ਜਿਹਾ ਪੱਥਰ ਹੁੰਦਾ ਹੈ ਕਾਲੇ ਰੰਗ ਦਾ, ਉਹਦੇ 'ਚ ਚਿੱਟੀਆਂ ਧਾਰੀਆਂ ਹੁੰਦੀਆਂ ਨੇ। ਕਹਿਣ ਲੱਗੇ ਤੁਹਾਡੇ ਕੋਲ ਸਾਲ ਗ੍ਰਾਮ ਨਹੀਂ ਹੈ, ਤੁਸੀਂ ਤਾਂ ਪੂਜਾ ਕਾਹਦੀ ਕਰਦੇ ਹੋ? ਤੁਸੀਂ ਸਾਲ ਗ੍ਰਾਮ ਦੀ ਪੂਜਾ ਹੁੰਦੀ ਹੈ ਤੁਲਸੀ ਦੇ ਪੱਤਿਆਂ ਨਾਲ। ਨਾ ਤੁਹਾਡੇ ਕੋਲ ਤੁਲਸੀ ਹੈ, ਨਾ ਤੁਹਾਡੇ ਕੋਲ ਸਾਲ ਗ੍ਰਾਮ ਹੈ, ਨਾ ਤੁਹਾਡੇ ਕੋਲ ਮਾਲਾ ਹੈ ਵੀ ਤੁਸੀਂ ਸਿਮਰਨ ਨਹੀਂ ਕਰਦੇ ਹੋਵੋ। ਇਹ ਕਾਹਦਾ ਧਰਮ ਹੋਇਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਮੇਰੇ ਕੋਲ ਸਾਰਾ ਕੁਛ ਹੈ, ਮੇਰੇ ਕੋਲ ਸਾਲਗ੍ਰਾਮ ਵੀ ਹੈ, ਮੇਰੇ ਕੋਲ ਮਾਲਾ ਵੀ ਹੈ, ਮੇਰੇ ਕੋਲ ਤੁਲਸੀ ਵੀ ਹੈ। ਉਹ ਕਹਿਣ ਲੱਗੇ ਵੀ ਸਾਡੇ ਕੋਲ ਅਸੀਂ ਤਾਂ ਦਿਖਾ ਰਹੇ, ਤੁਸੀਂ ਵੀ ਦਿਖਾਓ। ਹਜ਼ੂਰ ਕਹਿਣ ਲੱਗੇ ਹਾਂ ਇਹ ਗੱਲ ਵੱਖਰੀ, ਵੀ ਬੈਠੋ ਮੈਂ ਤੁਹਾਨੂੰ ਦਿਖਾਉਣਾ। ਹਜ਼ੂਰ ਸੱਚੇ ਪਾਤਸ਼ਾਹ ਨੇ ਬਚਨ ਆਖੇ, ਕਹਿਣ ਲੱਗੇ ਸਾਲ ਗ੍ਰਾਮ ਬਿਪ ਪੂਜ ਮਨਾਵੋ। ਅਸੀਂ ਇਹ ਪੱਥਰ ਨੂੰ ਨਹੀਂ ਪੂਜਦੇ, ਅਸੀਂ ਤਾਂ ਠਾਕੁਰ ਰੱਬ ਦੀ ਪੂਜਾ ਕਰਦੇ ਹਾਂ ਜਿਹਨੇ ਸਾਰਾ ਕੁਝ ਦਿੱਤਾ ਹੈ। ਤੁਸੀਂ ਕਹੋ ਪੱਥਰ ਨੂੰ ਵੀ ਕੁਝ ਦੇ ਕੇ ਦਿਖਾਵੇ, ਪਰ ਮੈਂ ਤੁਹਾਨੂੰ ਸਪਸ਼ਟ ਕਰਦਾ ਵੀ ਰੱਬ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ। ਇਹ ਸਰੀਰ ਬਣਾਇਆ, ਸਾਰੀ ਦੁਨੀਆ ਜਿਹੜੀ ਖਲਕਤ ਤੁਸੀਂ ਦੇਖਦੇ ਹੋ ਇਹ ਪੱਥਰ ਵਿੱਚੋਂ ਨਹੀਂ ਬਣੀ, ਇਹ ਰੱਬ ਵਿੱਚੋਂ ਬਣੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਹੋ। ਇਹ ਤਾਂ ਰੱਬ ਕੋਲੋਂ ਮਿਲੀ ਹੈ। ਮੈਂ ਉਸ ਸਾਲ ਗ੍ਰਾਮ ਦੀ ਪੂਜਾ ਕਰਨਾ ਜਿਹੜਾ ਸਾਰੀ ਦੁਨੀਆ ਨੂੰ ਬਣਾਉਂਦਾ ਹੈ। ਫਿਰ ਕਹਿਣ ਲੱਗੇ ਤੁਹਾਡੇ ਕੋਲ ਤੁਲਸੀ ਦੇ ਪੱਤੇ? ਕਹਿਣ ਲੱਗੇ ਉਹ ਵੀ ਹੈ ਨੇ। ਕਹਿਣ ਲੱਗੇ ਉਹ ਕਿੱਥੇ ਨੇ? ਕਹਿਣ ਲੱਗੇ ਸੋਕ੍ਰਿਤ ਤੁਲਸੀ ਮਾਲਾ। ਅਸੀਂ ਲੋਕ ਤਾਂ ਉਹ ਹੈ ਜਿਹੜੇ 10 ਨੌਹਾਂ ਦੀ ਨੇਕ ਕਮਾਈ ਕਰਦੇ ਹੈ, ਨੇਕ ਕਮਾਈ ਕਰਕੇ ਖਾਂਦੇ ਹੈ। ਇਹੋ ਕੀ ਸਾਡੇ ਲਈ ਤੁਲਸੀ ਦੀ ਮਾਲਾ ਹੈ। ਰੱਬ ਨੇ ਹੱਥ ਦਿੱਤੇ ਨੇ ਕਿਰਤਕਾਰ ਕਰਨ ਵਾਸਤੇ। ਮੈਂ ਇੱਕ ਪਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਫਿਰ ਆਪਾਂ ਆਪਣੀ ਗੱਲ ਵੱਲ ਆ ਜਾਣਾ। ਇਹ ਗੱਲ ਯਾਦ ਰੱਖਿਓ, ਮੇਰੇ ਨਾਲੋਂ ਤੁਸੀਂ ਸਾਰੇ ਹੀ ਵੱਧ ਪੜ੍ਹੇ ਲਿਖੇ ਹੋਏ ਹੋ। ਦੇਖੋ ਮੈਂ ਸਿਰਫ ਇਸ਼ਾਰਾ ਦੇਣ ਲੱਗਾ ਕੁਝ ਗੱਲਾਂ ਦਾ। ਮਨੁੱਖ ਨੇ ਅੱਜ ਫੋਲਡਿੰਗ ਚੀਜ਼ਾਂ ਬਣਾਈਆਂ ਨੇ। ਇਹਨੇ ਦੇਖ ਲਿਆ ਵੀ ਜੇ ਲੋੜ ਹੈ ਤਾਂ ਉਹਨੂੰ ਖੋਲ ਲਓ, ਜੇ ਨਹੀਂ ਲੋੜ ਤਾਂ ਇਕੱਠੀਆਂ ਕਰ ਲਓ। ਬੈੱਡ ਆ ਗਏ, ਸੋਫੇ ਆ ਗਏ, ਕੁਰਸੀਆਂ ਆ ਗਈਆਂ, ਕਿੰਨਾ ਕੁਝ ਫੋਲਡਿੰਗ ਸਿਸਟਮ ਅੱਜ ਸਾਡੀ ਜ਼ਿੰਦਗੀ 'ਚ ਆ ਗਿਆ, ਅੱਜ ਆਇਆ। ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਮਨੁੱਖ ਦਾ ਸਰੀਰ ਬਣਾਇਆ। ਜੇ ਤੁਰਨਾ ਹੈ ਤਾਂ ਆਪਾਂ ਲੱਤਾਂ ਖੋਲ ਲੈਣੇ, ਲੋਕ ਲੱਗ ਜਾਂਦਾ, ਤੇ ਜਦੋਂ ਬੈਠਣਾ ਹੋਵੇ ਤੇ ਫੋਲਡ ਕਰ ਲੈਣੇ। ਮਨੁੱਖ ਨੂੰ ਅੱਜ ਸਮਝ ਆਈਏ ਕਿੰਨੀਆਂ ਚੀਜ਼ਾਂ ਨੇ। ਹੁਣ ਤੁਸੀਂ ਦੇਖੋ, ਕਿਸੇ ਇੱਕ ਗਲਾਸ ਵਿੱਚ ਪਾ ਕੇ ਦਿੱਤਾ ਜਾਵੇ ਭਈ ਦੁੱਧ ਤੇ ਪਾਣੀ ਇਕੱਠਾ ਮਿਲਾ ਕੇ ਦਿੱਤਾ ਜਾਵੇ, ਤੇ ਤੁਹਾਨੂੰ ਕਿਹਾ ਜਾਵੇ ਭਈ ਇਹ 'ਚੋਂ ਕੱਲਾ ਦੁੱਧ ਪੀ ਲਓ, ਪਾਣੀ ਛੱਡ ਦਿਓ। ਮੈਨੂੰ ਨਹੀਂ ਆਸ 21ਵੀਂ ਸਦੀ 'ਚ ਵੀ ਅਜੇ ਅਸੀਂ ਵੀ ਕੱਲਾ ਮੂੰਹ ਲਾ ਕੇ ਕੱਲਾ ਬੰਦਾ ਦੁੱਧ ਪੀ ਲਵੇ ਤੇ ਪਾਣੀ ਛੱਡ ਦੇਵੇ। ਮੰਨ ਲਓ ਇੱਕ ਗਲਾਸ ਹੈ, ਅੱਧਾ ਪਾਣੀ ਦਾ ਭਰ ਲਿਆ, ਅੱਧਾ ਦੁੱਧ ਦਾ ਭਰ ਲਿਆ, ਤੇ ਤੁਹਾਨੂੰ ਕਹੇ ਵੀ ਕੱਲਾ ਪਾਣੀ ਦੁੱਧ ਪੀਓ ਤੇ ਪਾਣੀ ਛੱਡ ਦਿਓ, ਤੁਸੀਂ ਨਹੀਂ ਕਰ ਸਕੋਗੇ।
पर रब की कैसी कुदरत है, हवा है, ये कार्बन डाइऑक्साइड भी है, ऑक्सीजन भी है। साडे अंदरला सिस्टम किहो जिहा, ये कार्बन डाइऑक्साइड लैंदा ही नहीं, कल्ली ऑक्सीजन लैंदा है। रलियां हुई चीज़ों चों वखरियां आपे कर लैंदा। मनुख ने अज फिल्टर बनाए ने, पानी नूं फिल्टर करदा भी मैनूं दोबारे वरतां। रब ने ये अंदर फिल्टर लाया होया, ये खून फिल्टर हो ही जाता है। जिस दिन किडनीज फेल हो जांदियां ने, हस्पताल च जाके डायलिसिस करवाने, वो बाहरों फिल्टर करवाने। मनुख नूं अज पता लग गया रब ने सदियां पहले इनू कीता होया। तो मैं बेनती करा, जिहड़ी गल करन लगा सां, किड्डी वड्डी रहमत है साडे उत्ते रब दी। ਇਹ ਜਿਹੜੇ ਸਾਡੇ हथ ने ना, इन्हां च एक्यूप्रैशर है। अज असीं लोकां कोलों करवाउण जाने भी मेरे ऐं करो, तो पहले समयां च जदों हत्थां नाल काम करदे सी ना, ये आपे ही एक्यूप्रैशर भी हो जांदा सी। मेरे कहण तो मुराद पैरां विच ते हत्थां च, ये सारा कुछ सानूं किरती बनाया रब ने। सानू हथ किरत करने वास्ते दिते ने। बड़ी रहमत है जदों इन्हां हत्थां नाल दसां नौहां दी किरतकार करते हैं। अज लोग पार्क च आ जाके ताड़ियां मारते हैं, तो धीआं भैणां घरे प्रशादे बनाउंदियां ने, जदों हत्थां नाल हत्थ वजदे ने एक्यूप्रैशर हो जाता। मेरे कहण तो मुराद सिर्फ इन्नी, मैं एक इशारा मात्र गल कीती है। रब दीआं किड्डियां रहमतां ने, उन्हें हर चीज़ सानू किरत करने वास्ते दिती, वो आप करता है। हजूर कहण लगे भी सानू तां असी तो परमेश्वर की किरत करते हैं, तो दसां नौं की किरतकार करके रोटी खाने, बस यही माला है साडे लई। तां सो किरत तुलसी माला। राम नाम जप बेड़ा बंद हो। असी तो रब की सिमरन का, रब की याद का बेड़ा बनाया होया है। उहदे बेड़े विच बैठे जिहड़ा भव सागर च डुब्बण नहीं दिंदा। दया करो दयाला, ते साडे ते मालक जिहड़ा वो दया करदा है, उहनूं अरदास करने सी। काहे किलरा सिंचो जन्म गवाबो। कह लगे लोगों को देखण नहीं वो लगता भी तुसी भी कंध बना रहे हो, पर एक कलर की मिट्टी की कंध है। मैं वीरां नाल विचार करदा सां, मेरे बच्चों वर्गे ने गुरमेल सिंह जी ते होर गुरमुख चंद, मैं उन्होंने विचार कर रहा सी भी बहुतात साडा विरसा वो है जिहड़ा सानू आउण वाले समय च समझना औखा हो जाना, बहुत औखा। हुण कलर की मिट्टी अज दे बच्चों नूं नहीं पता लगनी। कलर की मिट्टी वो हुंदी जिहड़ी गिल्ली होवे उदों तो जुड़ जाती, पर जदों सुक जाए तो भुर जाती है। कलर की मिट्टी दीआं कंधां नहीं लोग बनाउंदे। काहे कलरा सिंचो जन्म गवाबो। ते कलर की धरती उत्ते कदे कोई बीज पा के खेती भी नहीं हुंदी। लेकिन तुसीं तां कलर की धरती विच बीज पाई जांदे हो, भाव एवें बेकार मेहनत करते हो, तुहानूं मिलना कुछ नहीं है। धर्म जिहड़ा तुसीं कमाउंदे इह च प्राप्ति कुछ नहीं होनी। काहे कलरा सिंचो जन्म गवाबो, झूठी टहग दीवाल काहे गच लाबो। तो झूठी कंध है अजकल पल के, इहदी मुरम्मत भी किन्नी कर लोगे। कलर की कंध रहिंदी कोई नहीं, तो तुहाडा जिहड़ा भरम है, जिहड़ियों तुसीं धर्म समझ के कमा रहे हो, बेकार है। ये गल याद रखियो। जदों मनुख नूं सच का ज्ञान हो जाए ना, फिर उहदे कोल भज्जण दा रस्ता नहीं रहिंदा। चतरदास आया तो गुरु नानक साहब नूं हराउण सी, उहदे नाल दे बंदे भी ने, पर वो गुरु नानक साहब दे दर ते मत्था टेक गया। ये है सब ते वड्डा सतगुरु नानक। चतरदास ने हाथ जोड़े, कहन लगे धन गुरु नानक साहब जी, तेरे अगे मेरे वेदां दा ज्ञान, तेरे अगे मेरियां सिमरतियां दा ज्ञान, तेरे अगे मेरे पुराणां दा ज्ञान, तेरे अगे मेरी गीता दा ज्ञान, तेरे अगे मेरी इस रामायण दा ज्ञान, सारा कुछ ही छोटा हो गया। मैनू अज पता लग्या तेरा धर्म की है। मैनू भी अपने इस धर्म का धारनी बना लै। विद्वान पुरुष लिखते ने भी सब तो पहला प्रचारक जिहड़ा बनिया सी बनारस की धरती उत्ते, वो पंडित चतरदास बनिया सी। चतरदास चलाकियां छड्ड के ते सतगुरु जी के चरणों का सिख बन गया सी। ये गल भी तुहानूं याद होएगी, कबीर साहब ने बड़ी टांच की इस गल ते। वो कहंदे तुहाडे लोकां वल वेख के तां मैनूं इउं लगदा गज साढ़े तै धोतियां बन्नी फिरदे हो भी असीं धर्मी बन जाइए। तेरे पाइन तग गलां विच जनेऊ पाई फिरदे हो।
गली जिना जप मालियां लोटे हाथ न बग, ओए हर के संत ना आखिए बन आरस के ठग। कहन लगे किते दी कोई चीज़ मशहूर होंदी, किते दी कोई चीज़ मशहूर होंदी है, बनारस दा ठग बड़ा मशहूर है। इन्ना तुसी लोकां नाल ठगियां मारदे हो। हुण मैं जिहड़ी बेनती करन लगा सां, देखो चतुरदास गुरु दा सिख बन गया। ज्ञानी बंदे नूं प्रभावित करना बहुत औखा हुंदा है। ज्ञानी बंदे नूं प्रभावित करना बहुत औखा हुंदा है, क्योंकि वो ज्ञानवान है, उहदे ते शब्दां दा असर नहीं हुंदा। गुरु नानक साहब जी ने पंडित चतुरदास नूं किहो जी चर्चा कीती होवेगी, मेरे कोल शब्द नहीं। पंडित चतुरदास कहन लगा भी सतगुरु जिहो जी विचार तुहाडी है ना, इहो जही विचार इत्थे दो रब दे प्यारे होर रहिंदे ने, पर असीं उन्हां नूं कदे अज तक गौलिया नहीं। उन्हां दी विचारधारा बड़ी गजब दी है, जे तुसीं चाहो तो उन्हां नूं भी मिल लो। गुरु नानक साहब कहन लगे मैं उन्हां नूं ही मिलण आया। एक पल मैं रुकण लगा, फिर इत्थों गल शुरू करांगा। सिद्ध गोष्ठ विच रामकली राग विच सिद्ध गोष्ठ बाणी है गुरु नानक साहब जी की। याद रखो जो गुरु नानक साहब जी ने 19 रागां विच बाणी उचारी। किन्ने रागां विच? प्यार ना बोलो, क्योंकि तुहाडी गुरु नानक साहब नाल बनदी नहीं। जे बनदी है तो फिर आप प्यार ना बोलीए, फिर कदी तंगी है। गुरु नानक साहब जी ने 19 रागां विच बाणी उचारी। किन्ने रागां विच? ਇਹ कम से कम कोई चीज़ तो पल्ले बन के जाइए आप। गुरु नानक साहब जी के टोटली 974 शब्द ने। कितने शब्द ने? 974। गुरु नानक साहब जी के 974 शब्द गुरबाणी विच अंकित ने। उन्हां विचों एक बाणी का नाम है सिद्ध गोष्ठ। सिद्ध गोष्ठ विच सिद्धां नाल चर्चा करदियां 114 सवाल ने। गुरु नानक साहब जी नाल जिहड़े सांझे कीते होए ने ना, वो 114 सवाल ने गुरु नानक साहब जी नाल। ते उन्हां 114 सवालों विचों कुछ एक सवाल वो ने, गुरु नानक साहब जी नूं सिद्ध पुछदे ने भी तुसीं साडे वांगू धूणा नहीं लाउंदे, साडे वांगू तुलसी चिमटा नहीं चुकदे, साडे वांगू तुसीं जटां नहीं बनाईयां, ते जे सारा कुछ नहीं सी करना फिर घर बार क्यों त्याग गया? किस कारण गृह तजियो निवासी, किस कारण ये भेख निवासी, किस कारण गृह तजियो उदासी, किस कारण ये भेख निवासी, किस वखर के तुम बन जा रहे, क्यों कर साथ लंघावो पारे। तू केड़ी वस्तु का व्यापारी, फिर काहदे लई बाहर फिरदा? जिन्होंने अपने पिछे लाई फिरदा उन्होंने पार किवें करेगा? ये सवाल ने सिद्धां दे। सतगुरु जी उन्होंने जवाब देंदे ने, कहंदे गुरमुख खोजत भए उदासी। मैं ये प्रचारक दौरियां ते तां निकलिया भी जिन्हां लोकां ने मेरे तो पहला सच बोलिया है, मैं उन्हां दा सच भी इकत्तर कर लवां। एहो ना कमां भी जो मैं बोलिया वही सच है। बड़ी वड्डी गल है दूजे की गल नूं अहमियत देनी। नहीं तो हरेक बंदा कहना भी जो मैं बोलिया ना बस वही है, उस तो बाद तक खत्म है। कहन लगे मैं उन्हां लोकां दा भी सच इकट्ठा करदा फिरदा जिन्हां ने मेरे तो पहला बोलिया, जिन्हां ने मेरे वांगू बोलिया, मैं उन्हां दा सच इकट्ठा करदा फिरदा। गुरमुख खोजत भए उदासी, दर्शन कै ताईं भेख निवासी, साच वखर के हम बन जा रहे। कहन लगे असीं सच वखर दे व्यापारी हैं, सच की गल इकट्ठी करते फिरदे। तो गुरु नानक साहब जी तां गुरमुखां नूं खोजदे फिरदे सन। ते उन्हां गुरमुखां दी खोज विचों सतगुरु जी ने भगतां दी बाणी इकत्तर कीती है। 15 भगतां दी बाणी गुरु ग्रंथ साहिब च अंकित है। उन्हां च बहुते भगतां दी बाणी गुरु नानक साहब जी ने आप इकत्तर कीती है। तो गुरु साहब जी ने फिर पंडित चतुरदास ने कहा भी इत्थे कबीर साहब ने, इत्थे रविदास जी ने। गुरु नानक साहब कहन लगे भी चतुरदास जी मैं उन्हां नूं ही मिलण आया, मैं उन्हां नूं ही मिलण आया। कहन लगे अज मैं भी तुहाडे नाल चलदा, मैं तो जात बरादरी के हंकार विच कदे उन्हां नूं मिलिया ही नहीं। हुण विद्वानां दी ये राय है, कुछ कहिंदे ने 7 दिन, कुछ कहिंदे ने 9 दिन, कुछ कहिंदे ने 3 दिन। ये वक्खो वक्खरी गल है, आपां इस चक्कर च ना पईए। जिहड़ा मसला है वो ये है, गुरु नानक साहब जी कबीर साहब दे घर गए।
ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ 40 ਕੁ ਸਾਲ ਦੇ ਨੇੜੇ ਹੈ। ਕਬੀਰ ਸਾਹਿਬ ਦੀ ਉਮਰ ਕਰੀਬ 45-50 ਸਾਲ ਦੇ ਨੇੜੇ ਹੈ ਤੇ ਰਵਿਦਾਸ ਜੀ ਦੀ ਉਮਰ 95 ਸਾਲ ਦੇ ਨੇੜੇ ਹੈ। ਕਬੀਰ ਸਾਹਿਬ ਕੋਲ ਗਏ। ਇਹ 1509 ਦੀ ਘਟਨਾ ਹੈ, ਯਾਦ ਰੱਖਿਓ ਜੀ। ਸਨ 1509 ਦੀ ਘਟਨਾ ਹੈ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਵੇ, ਉਦਾਸੀ ਕਦੋਂ ਸ਼ੁਰੂ ਹੋਈ ਸੀ? 1507 ਵਿੱਚ ਉਦਾਸੀ ਜਿਹੜੀ ਘਰੋਂ ਨਿਕਲੇ ਨੇ ਗੁਰੂ ਨਾਨਕ ਸਾਹਿਬ ਜੀ, ਇਹ 1507 ਵਿੱਚ ਨਿਕਲੇ ਨੇ। ਇਹ 1509 ਤੇ 10 ਦੀ ਘਟਨਾ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਸਾਡੇ ਦਿਮਾਗ 'ਚ ਤਸਵੀਰ ਬਣ ਜਾਏ। ਉਦੋਂ ਗੁਰੂ ਨਾਨਕ ਸਾਹਿਬ ਦੀ ਕੱਕੀ ਕਾਲੀ ਦਾੜੀ ਹੈ। ਸ਼ੋਭਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਵੀ ਤੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਮੋਦੀ ਖਾਨੇ ਦੀਆਂ, ਗੁਰੂ ਨਾਨਕ ਸਾਹਿਬ ਜੀ ਦੀਆਂ ਸੱਚੇ ਸੌਦੇ ਕਰਦਿਆਂ ਦੀਆਂ, ਗੁਰੂ ਨਾਨਕ ਸਾਹਿਬ ਜੀ ਦੇ ਵਪਾਰ ਕਰਦਿਆਂ ਦੀਆਂ ਉਹ ਫੋਟੋਆਂ ਕਿਉਂ ਨਹੀਂ ਬਣਾਈਆਂ? ਉਹ ਕਹਿਣ ਲੱਗਿਆ ਮੇਰੀ ਮਜਬੂਰੀ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਸਿਰਫ ਸਫੇਦ ਦਾੜੀ ਵਿੱਚ ਹੀ ਦੇਖਿਆ। ਜੇ ਮੈਂ ਜਵਾਨੀ ਦੀਆਂ ਫੋਟੋਆਂ ਬਣਾ ਵੀ ਦੇਵਾਂ, ਕਿਸੇ ਨੇ ਕਬੂਲ ਹੀ ਨਹੀਂ ਕਰਨੀ ਹੈ। ਇਹੋ ਜਿਹੀ ਸਾਡੀ ਮਾਨਸਿਕਤਾ ਬਣ ਗਈ। ਅਸੀਂ ਗੁਰੂ ਨਾਨਕ ਸਾਹਿਬ ਨੂੰ ਸਿਰਫ ਧੌੜੀ ਦਾੜੀ 'ਚ ਹੀ ਦੇਖਦੇ ਹਾਂ। ਇਹ ਉਦੋਂ ਬਹੁਤ ਵੱਡੀ ਗੱਲ ਹੈ। ਕੱਕੀ ਕਾਲੀ ਦਾੜੀ ਵਿੱਚ ਵੱਡੀਆਂ ਵੱਡੀਆਂ ਦਾੜੀਆਂ ਵਾਲਿਆਂ ਨਾਲ ਗੱਲ ਕਰਨੀ ਬਹੁਤ ਔਖਾ ਹੈ। ਗੁਰੂ ਨਾਨਕ ਸਾਹਿਬ ਜੀ ਕਬੀਰ ਸਾਹਿਬ ਦੇ ਘਰ ਗਏ ਤੇ ਕਬੀਰ ਸਾਹਿਬ ਨੂੰ ਕਹਿਣ ਲੱਗੇ ਵੀ ਮੈਂ ਤੁਹਾਨੂੰ ਮਿਲਣ ਆਇਆ। ਆਓ ਭਗਤ ਹੋਈ, ਬੜੇ ਪਿਆਰ ਨਾਲ ਬੈਠੇ। ਕਬੀਰ ਸਾਹਿਬ ਪੁੱਛਦੇ ਨੇ ਵੀ ਤੁਸੀਂ ਏਡੀ ਦੂਰੋਂ, ਮੈਂ ਤਾਂ ਗਰੀਬੜਾ ਜਿਹਾ ਬੰਦਾ, ਸਾਦੀ ਜਿਹੀ ਝੁੱਗੀ 'ਚ ਰਹਿਣਾ, ਕੱਪੜੇ ਦਾ ਮੇਰਾ ਛੋਟਾ ਮੋਟਾ ਜਿਹਾ ਕੰਮ ਹੈ, ਤੇ ਮੈਨੂੰ ਕਿਵੇਂ ਮਿਲਣ ਆਏ ਹੋ? ਹਜ਼ੂਰ ਇੱਕ ਗੱਲ ਬੜੀ ਗਜਬ ਦੀ ਕਹਿੰਦੇ ਨੇ। ਕਹਿਣ ਲੱਗੇ ਕਬੀਰ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਉਹ ਮੈਂ ਵੀ 9 ਸਾਲ ਦੀ ਉਮਰ 'ਚ ਕਹੀ ਸੀ। ਕਹਿਣ ਲੱਗੇ ਉਹ ਕਿਹੜੀ? ਕਹਿਣ ਲੱਗੇ ਮੈਂ ਵੀ 9 ਸਾਲ ਦੀ ਉਮਰ 'ਚ ਕਿਹਾ ਸੀ ਵੀ ਮੈਂ ਤੇਰਾ ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਨਹੀਂ ਬਣਾਉਣਾ। ਮੈਂ ਵੀ ਕਿਹਾ ਸੀ। ਤੇ ਤੁਸੀਂ ਵੀ ਇੱਥੇ ਬੈਠੇ ਕਹਿ ਰਹੇ ਹੋ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੈ ਪਚ ਮੂਆ, ਚਾਰੋਂ ਵੇਦੋਂ ਮਾਹੇ। ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋਈ ਮੈਂ ਕਹਿੰਦਾ ਇਹ ਤਾਂ ਬੜੀ ਵਧੀਆ ਗੱਲ ਹੈ। ਕਿਤੇ ਲੋਕਾਂ ਨੂੰ ਜਾਲ ਵਿੱਚੋਂ ਕੱਢ ਦਈਏ, ਸੱਚੇ ਰੱਬ ਨਾਲ ਜੋੜ ਦਈਏ। ਮੈਂ ਤਾਂ ਬੜੀ ਵਧੀਆ ਗੱਲ ਸੁਣ ਕੇ ਆਇਆ। ਯਾਦ ਰੱਖਿਓ ਜੇ। ਫਿਰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਪਣੇ ਕੋਲ ਪੋਥੀ ਸੀ, ਉਹਨਾਂ ਦੇ ਕੋਲ, ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਪੋਥੀ ਸੀ, ਉਹਦੇ ਸਬੂਤ ਮਿਲਦੇ ਨੇ। ਮੈਂ ਅੱਗੇ ਜਿਉਂ ਲੜੀ ਚੱਲੇਗੀ ਤੁਹਾਡੇ ਨਾਲ ਸਾਂਝੀ ਕਰਾਂਗਾ। ਉਹਨਾਂ ਨੇ ਆਪਣੀ ਪੋਥੀ ਵਿੱਚੋਂ ਰੱਬੀ ਬਾਣੀ ਦਾ ਉਤਾਰਾ ਕੀਤਾ। ਉਹ ਬਾਣੀ ਨੂੰ ਅੱਜ ਵਾਂਗੂ ਕਾਰਬਨ ਕਾਪੀ ਤਾਂ ਹੁੰਦੀ ਨਹੀਂ ਸੀ, ਤੇ ਉਦੋਂ ਹੱਥੀਂ ਉਤਾਰਾ ਕੀਤਾ ਜਾਂਦਾ ਸੀ। ਹੱਥੀਂ ਉਤਾਰਾ ਕੀਤਾ। ਕਬੀਰ ਸਾਹਿਬ ਦੇ ਘਰ ਕੀਰਤਨ ਹੁੰਦਾ ਰਿਹਾ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ। ਪੰਡਿਤ ਚਤਰਦਾਸ ਗੁਰੂ ਦਾ ਸਿੱਖ ਬਣ ਗਿਆ ਸੀ ਤੇ ਕਬੀਰ ਸਾਹਿਬ ਜੀ ਨਾਲ ਮਿਲਾਪ ਹੁੰਦਾ ਰਿਹਾ। ਉਸ ਤੋਂ ਬਾਅਦ ਵਿੱਚ ਫਿਰ ਇਕੱਠੇ ਹੋ ਕੇ ਰਵਿਦਾਸ ਜੀ ਕੋਲ ਚਲੇ ਗਏ। ਰਵਿਦਾਸ ਜੀ ਕੋਲ ਜਾ ਕੇ ਤੇ ਉੱਥੇ ਜਾ ਕੇ ਵੀ ਅੰਮ੍ਰਿਤਮਈ ਬਾਣੀ ਉਹਨਾਂ ਨੇ ਲਈ। ਕਹਿਣ ਲੱਗੇ ਵੀ ਮੈਂ ਇਸ ਗੱਲੋਂ ਤੁਹਾਡਾ ਸ਼ੁਕਰ ਕਰਨਾ ਆਇਆ। ਕਹਿਣ ਲੱਗੇ ਜੇ ਕੋਈ ਮੇਰੀ ਤਾਂ ਇਹ ਤਮੰਨਾ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਮੈਂ ਤਾਂ ਤੁਹਾਡੇ ਨਾਲ ਬੈਠ ਕੇ ਆਪਣੇ ਜੀਵਨ ਦਾ ਸੰਬੰਧ ਰੱਖਣਾ ਚਾਹੁੰਦਾ। ਇਹ ਵੱਖਰੀ ਗੱਲ ਹੈ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਵੀ ਜ਼ਾਤਾਂ ਬਰਾਦਰੀਆਂ ਦੇ ਕਰਕੇ ਵੰਡੀਆਂ ਪਾ ਲਈਆਂ। ਕਿਤੇ ਆਪਣੀਆਂ ਬੁੱਕਲਾਂ ਖੋਲ੍ਹ ਲਈਏ, ਸਾਰੇ ਇੱਕ ਹੋ ਜਾਈਏ। ਮੈਂ ਇੱਕ ਬੇਨਤੀ ਕਰਾਂ ਤੁਹਾਨੂੰ, ਹੱਥ ਜੋੜ ਕੇ ਅਰਜ਼ ਕਰਨ ਲੱਗਾ, ਬਹੁਤ ਸਿਆਣੇ ਭਾਈ ਸਾਹਿਬ ਤੁਹਾਡੇ ਕੋਲ ਨੇ, ਕਦੇ ਇਹਨਾਂ ਨਾਲ ਮਿਲ ਕੇ ਵਿਚਾਰ ਕਰਕੇ ਦੇਖਣਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪੰਨਾ ਸ਼ੁਰੂ ਹੁੰਦਾ ਨਾ, ਫਸਟ ਪੇਜ ਉੱਤੇ ਪੇਜ ਨੰਬਰ ਲਿਖੇ ਹੋਏ ਨੇ, 1430 ਤੱਕ ਕੰਟੀਨਿਊ ਲਿਖੇ ਹੋਏ ਨੇ, ਪਰ ਜਿਹੜਾ ਫਸਟ ਪੇਜ ਹੈ ਉਹਦਾ ਪੇਜ ਨੰਬਰ ਖਾਲੀ ਹੈ। ਉਹਦੇ 'ਤੇ ਪੇਜ ਨੰਬਰ ਨਹੀਂ ਪਾਇਆ ਹੋਇਆ। ਮੈਨੂੰ ਅਜੋਕੇ ਸਰੂਪਾਂ ਦਾ ਨਹੀਂ ਪਤਾ, ਪਰ ਪੁਰਾਣੇ ਜਿੰਨੇ ਵੀ ਸਰੂਪ ਨੇ ਉਹਨਾਂ 'ਤੇ ਪੇਜ ਨੰਬਰ 1 ਨਹੀਂ ਪਾਇਆ ਹੁੰਦਾ। ਅਗਲਾ ਪੇਜ ਪਰਤੋਗੇ ਤੇ 2 ਤੋਂ ਅੱਗੇ ਕੰਟੀਨਿਊ ਸ਼ੁਰੂ ਹੈ। ਹੁਣ ਇਹ ਕੋਈ ਐਵੇਂ ਹੋਈ ਮਿਸਟੇਕ ਨਹੀਂ ਹੈ, ਇਹ ਜਾਣ ਕੇ ਕੀਤੀ ਹੋਈ ਹੈ। ਕਿਉਂ? ਕਿਉਂਕਿ ਉੱਤੇ ਪੇਜ ਨੰਬਰ ਤੁਸੀਂ ਗਿਣਤੀ ਦਾ ਦੇਖਦੇ ਹੋ 1,
ਤੇ ਉਹੀ ਇੱਕ ਓੰਕਾਰ ਦੇ ਅੱਗੇ ਲੱਗਿਆ ਹੋਇਆ। ਗੁਰੂ ਸਾਹਿਬ ਨੇ ਕਿੱਡੀ ਵੱਡੀ ਕਲਾ ਵਰਤੀ ਵੀ ਇੱਕ ਪੰਨੇ ਉੱਤੇ ਵੀ ਦੋ ਇੱਕ ਨਹੀਂ ਲਿਖੇ, ਕਿਤੇ ਬੰਦੇ ਅਰਥ ਦੋ ਨਾ ਕਰ ਲੈਣ। ਤੁਸੀਂ ਧਿਆਨ ਦੇ ਕੇ ਦੇਖਿਓ, ਕਦੇ ਇੱਕ ਪੰਨੇ ਉੱਤੇ ਵੀ ਇੱਕ ਦੋ ਵਾਰੀ ਨਹੀਂ ਲਿਖਿਆ ਤਾਂ ਕਿ ਅਰਥ ਦੋ ਨਾ ਕਰ ਲੈਣ। ਇੱਕ ਪੇਜ ਨੰਬਰ ਖਾਲੀ ਛੱਡ ਦਿੱਤਾ, ਉਸ ਤੋਂ ਅੱਗੇ ਇੱਕ ਓੰਕਾਰ ਚੱਲਦਾ ਤਾਂ ਕਿ ਇਹ ਇੱਕ ਦੇ ਤੇ ਉੱਪਰਲੇ ਇੱਕੋ ਜਿਹੇ ਹੋਣਗੇ ਇਹ, ਤੇ ਇਹਨਾਂ ਦੇ ਅਰਥ ਦੋ ਨਾ ਕਰ ਲੈਣ। ਤੁਸੀਂ ਇੰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੋਈ ਹੈ। ਇੱਕ ਬੁੱਕਲ ਵਿੱਚੋਂ ਜੰਮੀ ਹੋਈ ਕੌਮ ਕਿਉਂ ਵੱਖਰੇ ਹੋ ਕੇ ਬੈਠ ਗਈ? ਆਓ ਪਿਆਰ ਵਾਲਿਓ, ਛੱਡ ਦਈਏ ਹੰਕਾਰ ਨੂੰ, ਵਧੀਆ ਵਧੀਆ ਕੰਮ ਕਰੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਈਏ। ਉਹਨਾਂ ਆਪਣੇ ਆਪਣੇ ਅੰਦਰ ਝਾਤ ਮਾਰੋ, ਮੈਂ ਕਿਉਂ ਵੰਡੀਆਂ ਪਾਉਣਾ ਹੈ, ਕਿਉਂ ਕਲਾ ਕਲੇਸ਼ ਕਰਨਾ ਹੈ? ਆਪਣੀ ਗੱਲ ਵੱਲ ਆ ਜਾ, ਮੈਂ ਉਹ ਮੇਰਾ ਪੱਖ ਬਹੁਤਾ ਨਹੀਂ ਹੈ। ਰਵਿਦਾਸ ਜੀ ਕੋਲ ਬੈਠ ਕੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੰਮ੍ਰਿਤਮਈ ਬਾਣੀ ਦਾ ਉਤਾਰਾ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਇਲਾਕੇ ਵਿੱਚੋਂ ਹੋਰ ਥਾਵਾਂ ਤੇ ਵੀ ਘੁੰਮ ਕੇ ਅੰਮ੍ਰਿਤਮਈ ਬਾਣੀ ਦਾ ਪਾਵਨ ਪਵਿੱਤਰ ਜਿਤਨੇ ਵੀ ਉਪਦੇਸ਼ ਸਨ ਉਹ ਆਪਣੇ ਕੋਲ ਇਕੱਤਰ ਕੀਤੇ। ਮੈਂ ਵਿੱਚੋਂ ਗੱਲ ਕਰ ਰਿਹਾ, ਫਿਰ ਬੇਨਤੀ ਕਰਾਂ, ਜਿਹੜੀ ਪਹਿਲੀ ਉਦਾਸੀ ਹੈ 6500 ਮੀਲ ਤੁਸੀਂ ਇੱਥੇ ਇਸ ਮੁਲਕ 'ਚ ਰਹਿ ਰਹੇ ਹੋ, ਇਹ ਗੱਲਾਂ ਤੁਹਾਡੇ ਟਿਪਸ ਤੇ ਨੇ। ਮੀਲ ਕੀ ਹੁੰਦਾ ਤੁਹਾਨੂੰ ਪਤਾ ਹੈ, ਨਿੱਤ ਦੀ ਜ਼ਿੰਦਗੀ। 6500 ਮੀਲ ਗੁਰੂ ਨਾਨਕ ਸਾਹਿਬ ਨੇ ਪੈਦਲ ਸਫ਼ਰ ਕੀਤਾ ਹੋਇਆ ਪਹਿਲੀ ਉਦਾਸੀ 'ਚ। ਜੇ ਦੇ ਕਿਲੋਮੀਟਰ ਬਣਾਈਏ ਤੁਸੀਂ 6500 ਮੀਲ ਦੇ ਕਿਲੋਮੀਟਰ ਬਣਾਓ, 2.25 ਕਿਲੋਮੀਟਰ ਦਾ 1 ਮੀਲ ਬਣਦਾ, ਆਲਮੋਸਟ ਦੁੱਗਣੇ ਦੇ ਬਰਾਬਰ ਚਲੇ ਜਾਂਦੇ ਨੇ। ਸੋਚ ਕੇ ਦੇਖੋ, ਇੰਨਾ ਸਫ਼ਰ ਨੂੰ ਨਾ ਪੈਦਲ ਸਫ਼ਰ ਤੈਅ ਕੀਤਾ ਹੈ। ਅਖੀਰ ਤੱਕ ਮੈਂ ਸਾਂਝ ਪਾਵਾਂਗਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੇ ਵਿਚਰ ਕੇ ਇਕੱਤਰ ਕਰਕੇ, ਹੋਰਾਂ ਕੋਲੋਂ ਵੀ ਬਾਣੀ ਇਕੱਤਰ ਕਰਕੇ, ਮੈਂ ਪ੍ਰਮੁੱਖ ਜੀਆਂ ਥਾਵਾਂ ਦਾ ਜ਼ਿਕਰ ਕਰ ਰਿਹਾ। ਉਸ ਤੋਂ ਬਾਅਦ ਸਤਿਗੁਰੂ ਅਯੁੱਧਿਆ ਗਏ। ਅਯੁੱਧਿਆ ਵਿੱਚ ਵੀ ਜਿਹੜੇ ਲੋਕ ਭਰਮ ਭਟਕਣਾ ਵਿੱਚ ਪਏ ਹੋਏ ਸਨ, ਉਹਨਾਂ ਨੂੰ ਵੀ ਸੱਚ ਦਾ ਉਪਦੇਸ਼ ਦਿੱਤਾ। ਇਸ ਤੋਂ ਅੱਗੇ ਸਤਿਗੁਰੂ ਜੀ ਜਗਨਨਾਥਪੁਰੀ ਗਏ। ਜਗਨਨਾਥਪੁਰੀ ਦਾ ਤਾਂ ਸਾਡੇ ਨਾਲ ਨਿੱਤ ਦਾ ਰਿਸ਼ਤਾ ਹੈ, ਹਰ ਰੋਜ਼ ਦਾ ਰਿਸ਼ਤਾ ਹੈ। ਜਗਨਨਾਥਪੁਰੀ ਦੇ ਵਿੱਚ ਵੀ ਕੁਝ ਗੱਲਾਂ ਵਾਪਰੀਆਂ। ਸਭ ਤੋਂ ਪਹਿਲੀ ਗੱਲ ਇਹ ਵਾਪਰੀ, ਉੱਥੇ ਇੱਕ ਕ੍ਰਿਸ਼ਨ ਜੀ ਦੀ ਮੂਰਤੀ ਹੈ, ਉਹਨੂੰ ਜਗਤ ਦਾ ਨਾਥ ਕਹਿੰਦੇ ਨੇ, ਤੇ ਉਹਦੇ ਦੁਆਲੇ ਉਹ ਸ਼ਾਮ ਨੂੰ ਆਰਤੀ ਕਰਦੇ ਨੇ। ਬੜਾ ਵੱਡਾ ਮੰਦਿਰ ਹੈ ਜਗਨਨਾਥ ਦਾ। ਉਹ ਮੂਰਤੀ ਦੀ ਆਰਤੀ ਕਰਦੇ ਨੇ। ਆਰਤੀ ਕਰਨ ਦਾ ਢੰਗ ਹੁੰਦਾ ਬਈ 4 ਵਾਰੀ ਪਹਿਲਾਂ ਮੂੰਹ ਤੇ ਦੀਵੇ ਜਗਾ ਕੇ ਵਿੱਚ ਕੀਮਤੀ ਵਸਤੂਆਂ ਰੱਖ ਕੇ 4 ਵਾਰੀ ਮੂੰਹ ਤੇ ਘੁਮਾਇਆ ਜਾਂਦਾ ਥਾਲ, ਫਿਰ 2 ਵਾਰੀ ਪੇਟ ਤੇ ਘੁਮਾਇਆ ਜਾਂਦਾ, ਫਿਰ 2 ਵਾਰੀ ਪੈਰਾਂ ਵਾਲੇ ਪਾਸੇ ਨੂੰ ਘੁਮਾਇਆ ਜਾਂਦਾ, 1 ਵਾਰੀ ਪੈਰਾਂ ਵਾਲੇ ਪਾਸੇ ਨੂੰ ਘੁਮਾਇਆ ਜਾਂਦਾ, 7 ਵਾਰੀ ਘੁਮਾਇਆ ਜਾਂਦਾ, ਫਿਰ 7 ਵਾਰੀ ਸਾਰੇ ਮੂਰਤੀ ਦੇ ਉੱਤੇ ਐਵੇਂ ਘੁਮਾਇਆ ਜਾਂਦਾ। ਐਡਾ ਧੂਮ ਧੜੱਕਾ, ਐਡੇ ਜ਼ਿਆਦਾ ਪੈਸਿਆਂ ਦਾ, ਲਾਈਟਾਂ ਦਾ, ਦੀਵਿਆਂ ਦਾ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਜਾਂਦਾ ਵੀ ਆਮ ਬੰਦਾ ਉਹਦੇ ਤੋਂ ਪ੍ਰਭਾਵਿਤ ਹੋ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਬਿਲਕੁਲ ਅਡੋਲ ਨੇ। ਜਗਨਨਾਥਪੁਰੀ ਵਿੱਚੋਂ ਵੀ ਕੁਝ ਲੋਕ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਆਏ। ਸਾਹਿਬ ਨੂੰ ਕਹਿਣ ਲੱਗੇ ਵੀ ਜਦੋਂ ਸੁਲਤਾਨਪੁਰ ਲੋਧੀ ਤੋਂ ਤੁਸੀਂ ਚੱਲੇ ਸੀ ਤੇ ਤੁਸੀਂ ਇੱਕ ਹੋਕਾ ਲਾਇਆ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ। ਸੱਚਾ ਮੁਸਲਮਾਨ ਵੀ ਅੱਜ ਕੋਈ ਨਹੀਂ ਹੈ, ਸੱਚਾ ਹਿੰਦੂ ਵੀ ਕੋਈ ਨਹੀਂ। ਬਾਹਰੀ ਤੌਰ ਤੇ ਕਰਮ ਕਾਂਡ ਕਰਦੇ, ਸਿੱਖਾਂ 'ਚ ਵੀ ਹੋਣੀ ਮੁਸ਼ਕਿਲ ਹੈ। ਇਹ ਨਾ ਸਮਝਿਓ ਦੂਜਿਆਂ ਦੀ ਗੱਲ ਹੈ। ਕਹਿਣ ਲੱਗੇ ਵੀ ਤੁਸੀਂ ਉਦੋਂ ਤਾਂ ਸੁਲਤਾਨਪੁਰ ਲੋਧੀ ਉਹਨਾਂ ਨੂੰ ਨਮਾਜ਼ ਪੜ੍ਹ ਕੇ ਦਿਖਾਤੇ ਸੀ ਵੀ ਮੈਨੂੰ ਕੋਈ ਭਰਮ ਨਹੀਂ, ਮੈਂ ਤਾਂ ਮਸਜਿਦ ਵਿੱਚ ਵੀ ਚਲਾ ਜਾਵਾਂਗਾ। ਮੈਂ ਇੱਕ ਪਲ ਫਿਰ ਰੁਕਣੀ ਲੱਗਾ, ਮਾੜੀ ਜੀ ਗੱਲ ਕਰਕੇ ਅੱਗੇ ਤੁਰਾਂਗਾ। ਦੇਖੋ ਕਿੱਡੀ ਅਜੀਬ ਕਹਾਣੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ। ਜਿਹੜਾ ਮੰਦਿਰ ਜਾਂਦਾ ਉਹ ਮਸਜਿਦ ਨਹੀਂ ਜਾਂਦਾ, ਜਿਹੜਾ ਮਸਜਿਦ ਜਾਂਦਾ ਉਹ ਕਦੇ ਮੰਦਿਰ ਨਹੀਂ ਜਾਂਦਾ। ਜੇ ਮਸਜਿਦ ਜਾਣ ਵਾਲੇ ਮੰਦਿਰ 'ਚ ਗਏ ਵੀ ਤੇ ਮੰਦਿਰ ਨੂੰ ਢਾਉਣ ਗਏ
जे मंदिरां वाले मस्जिद गए तो उन्होंने ढाउण गए, पर धन गुरु नानक साहब का करके इहो जिहा ये मस्जिदां विच भी नमाज पढ़ लैंदा है, ये मंदिरां च भी आरतियां कर लैंदा है। इहो जी एकाग्रता किसी जगह ते नहीं मिलती। कहन लगे भी जे तुसी इस गल च कोई फर्क नहीं समझते, उन्हां नाल नमाज पढ़ी है तो अज साडे नाल आरती करके दिखाओ, जे तुहानूं भरम ही कोई नहीं, क्योंकि मुसलमान तो कदे भी आरती नहीं करता। हजूर कहन लगे कोई गल नहीं, तुसी आरती करो, मैं तुहाडे नाल शामिल होवांगा। हुण वो आरती करन लग पे, ते जदों आरती करन ते गुरु नानक साहब जी चुप करके खलोते ने, अंदरों सड़ बल गए। बाद विच उन्हां गल कीती भी तुसी तां साडे धर्म की तुहीन कीती है, आरती हो रही सी, तुसी विच नाल लगे ही नहीं, शामिल ही नहीं होए। गुरु नानक साहब जी हस के कहन लगे मैं हैरान है, जगन्नाथ की आरती होवे ते मैं तां कल्ला ही करदा रह गया, तुसी कोई भी शामिल नहीं होया। वो बड़ी चंभे वाली गल भी आरती तां असीं कीती है, तुसी तां चुप कहदे नहीं नहीं आरती मैं कीती, तुसी खलोते सी। वो कहन लगे वो किवें? हुण देखो गुरु नानक साहब ने किड्डे वड्डे भरम तोड़े। कहन लगे पहली गल तां मूर्ति जगन्नाथ नहीं हुंदी, जगन्नाथ का अखरी अर्थ है जगत का नाथ, नाथ का अर्थ हुंदा है मालक, ये दुनिया का मालक थोड़ा है। ठीक है तुसी मूर्ति बनाओ, एक पल मैं रुकन लगा, जिथे मैनूं रुकना पैंदा मैं तुहाडे नाल सांझ पा लेना। याद रखियो जे मनुख नूं जदों भी समझाया जाता, दो चीज़ां नाल समझाया जाता, एक तस्वीर नाल ते एक अखरां नाल। जदों भी तुसीं देखदे छोटा बच्चा है, जिस दिन उन्होंने पहले एक किताब लेके तोरांगे उहदे विच अखर भी होणगे, जिवें पंजाबी दा कह लईए उठ भी होएगा विच ते ऊड़ा भी होएगा, अनार भी होवेगा ते आड़ा भी होवेगा, इंग्लिश विच कह लईए ए भी होवेगी ते नाल उहदे एप्पल भी होवेगा, बी भी होवेगा, नाल बैट दी पिक्चर भी होवेगी, ताकि बच्चा सौखा समझ लै। हुण जिहड़ा बच्चा केवल पिक्चरां ते ही रुक जाए, अखरां नूं भुल जाए, वो नलायक है। जिहड़ा बच्चा पिक्चरां नूं छड्ड देवे, अखरां नूं लैके अगे तुर पवे, वो लायक है। अगे जाके जिहड़ी बच्चे पढ़ाई करते हैं इंजीनियरिंग की जां किसी मैडिकल की जां किसी होर तरह की, उहदे च ए फॉर एप्पल नहीं हुंदा, उहदे च कल्ली ए लिखी हुई है, बी लिखी हुई है। उत्थे फिल्मां उत्थे पिक्चरां नहीं हुंदियां, क्योंकि हुण वो पिक्चरां तो उच्चा उठ गया। साहब कह लगे किसी वेले मनुख नूं समझाउण वास्ते तुसीं मूर्तियां बनाईयां होणगीਆਂ, पर तुसीं तां मूर्तियां तक ही रुक गए, जिहड़े असल जगन्नाथ दी उहनूं भुल ही गए। ये जगन्नाथ नहीं है। गुरु नानक साहब जी ने फिर उन्होंने दस्सिया भी जगन्नाथ कौन है, वो है परमेश्वर। ये जिहड़ा परमेश्वर एडा वड्डा है, फिर उसकी आरती एक मंदिर च थोड़ा हो सकती है। सारी दुनिया रब का मंदिर ही तो है। इस मंदिर विच आरती हो रही है, असीं कर नहीं सकते, उसकी आरती हो रही है, असीं तो उसकी आरती च शामिल होना है। वो कहन लगे वो किहड़ी आरती हो रही है? गुरु नानक साहब जी कहन लगे हाँ वो मैं दस देना भी किहड़ी आरती हो रही है। भाई मरदाना जी ने कहा भी रबाब छेड़, तो वो लोग भी बैठ गए। गुरु नानक साहब जी ने मिठड़े जे गले विचों अमृतमई बाणी का वो अमृत वरसाया, जिहड़ा सिख रोज़ पढ़दा। गगन में थाल रब चंद दीपक बने, तारका मंडल जनक मोती, धूप मल आन लो पवन चबरो करे, सगल बनराए फुलंत ज्योति। कैसी आरती होए पब खंडना, तेरी आरती अनहता शब्द वाजंत भेरी रहाओ। तुसी रोज़ पढ़ते हो शब्द, एक बारी मैं तुहाडा ख्याल फिर दवा दियां। शायद तुहानूं याद होवे भी जिहड़ा राष्ट्री गीत है इंडिया का, वो टैगोर ने लिखिया सी, रविंद्र नाथ टैगोर ने, जन गण मन वाला उन्हें लिखिया सी। ते रविंद्र नाथ टैगोर नूं किसी ने सवाल किया भी एक देश का राष्ट्री गीत तुसीं लिख दिता, जे तुहानूं कहा जाए भी अज सारा दुनिया जिहड़ी वो एक गलोब वांगू पिंड वांगू बनती जा रही है, जे तुहानूं कहा जाए भी सारी दुनिया का एक राष्ट्री गीत लिखना, तुसीं वो किहड़ा लिखोगे? टैगोर ने हथ जोड़े कहन लगे मैनूं लिखण की लोड़ नहीं, वो लिखिया पिया। कहन लगे वो किहड़ा?
ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਰਤੀ ਦਾ ਸ਼ਬਦ ਉਹ ਸਾਰੇ ਸੰਸਾਰ ਦਾ ਰਾਸ਼ਟਰੀ ਗੀਤ ਹੋਵੇਗਾ ਜਦੋਂ ਸੰਸਾਰ ਇੱਕ ਹੋ ਗਿਆ, ਕਿਉਂਕਿ ਗਗਨ ਵੀ ਸਾਰਿਆਂ ਦਾ ਹੈ, ਧਰਤੀ ਵੀ ਸਾਰਿਆਂ ਦੀ ਹੈ, ਹਵਾ ਵੀ ਸਾਰਿਆਂ ਦੀ ਹੈ, ਉਹ ਕਿਸੇ ਦੇਸ਼ ਦੀ ਨਹੀਂ ਹੈ। ਯਾਦ ਰੱਖਿਓ, ਜੇ ਗੁਰਬਾਣੀ ਦੇ ਬਚਨਾਂ ਨੂੰ ਲੋਕਾਂ ਨੇ ਇੱਥੋਂ ਤੱਕ ਮੰਨਿਆ ਹੋਇਆ ਵੀ ਜਦੋਂ ਸੰਸਾਰ ਇੱਕ ਹੋ ਜਾਏਗਾ ਉਦੋਂ ਇਹ ਆਰਤੀ ਦੇ ਸ਼ਬਦ ਰਾਸ਼ਟਰੀ ਗੀਤ ਬਣ ਜਾਣਗੇ। ਗੁਰੂ ਨਾਨਕ ਸਾਹਿਬ ਦੀ ਮਿਹਰ ਹੈ। ਅਸੀਂ ਬਹੁਤ ਪਿੱਛੇ ਬੈਠੇ ਗੁਰੂ ਦੀ ਮਹਿਮਾ ਤੋਂ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਆਰਤੀ ਕਰਕੇ ਸਿਖਾਈ। ਉਹਨਾਂ ਨੂੰ ਪਤਾ ਲੱਗਿਆ ਵੀ ਵਾਕਈ ਅਸੀਂ ਤਾਂ ਇੱਥੇ ਹੀ ਖਲੋਤੇ ਹਾਂ ਤੇ ਇਹ ਆਰਤੀ ਕਰਨ ਵਾਲੇ ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦੇ ਨੇ। ਹੁਣ ਸਤਿਗੁਰੂ ਜੀ ਨੇ ਉਹਨਾਂ ਨੂੰ ਇੱਕ ਤਸਵੀਰ ਦਿਖਾਈ ਵੀ ਜਿਹੜੇ ਲੋਕ ਐਵੇਂ ਦੀ ਕਰਮ ਕਾਂਡਾਂ ਦੀ ਆਰਤੀਆਂ ਕਰਦੇ ਨੇ ਨਾ, ਉਹਨਾਂ ਦਾ ਅਸਲ ਵਿੱਚ ਜੀਵਨ ਕਿਹੋ ਜਿਹਾ ਹੁੰਦਾ ਹੈ। ਇਹ ਹਜ਼ੂਰ ਨੇ ਦੋ ਦੋ ਗੱਲਾਂ ਹਰੇਕ ਜਗ੍ਹਾ ਤੇ ਵਰਤਾ ਕੇ ਉੱਥੇ ਦਿਖਾ ਦਿੱਤੀਆਂ ਸੀ ਬੜੇ ਪ੍ਰਤੱਖ ਰੂਪ 'ਚ। ਕੁਝ ਇੱਕ ਦੋ ਦਿਨਾਂ ਬਾਅਦ ਹੁਣ ਉਹੀ ਜੀ ਆਰਤੀ ਕਰਨ ਵਾਲੇ ਬੰਦੇ ਦੀ ਤਸਵੀਰ ਦਿਖਾਉਣ ਲੱਗੇ ਨੇ। ਸਤਿਗੁਰੂ ਧਿਆਨ ਨਾਲ ਦੇਖਿਓ। ਇੱਕ ਉੱਥੇ ਉਹਦਾ ਨਾਮ ਕਲਯੁਗੀ ਪਾਂਡਾ ਲਿਖਿਆ ਇਤਿਹਾਸ ਨੇ। ਉਹ ਬੰਦਾ ਬੈਠਾ ਹੈ ਉੱਚੀ ਜਿਹੀ, ਜਿਵੇਂ ਮੈਂ ਸਟੇਜ ਤੇ ਬੈਠਾ ਇਵੇਂ ਬੈਠਾ ਹੈ। ਉਹ ਅੱਖਾਂ ਬੰਦ ਕਰ ਲੈਂਦਾ ਹੈ, ਅੱਖਾਂ ਬੰਦ ਕਰਕੇ ਲੋਕਾਂ ਨੂੰ ਕਹਿੰਦਾ ਵੀ ਮੈਂ ਹੁਣ ਸ਼ਿਵਪੁਰੀ ਚਲਾ ਗਿਆ, ਪੁੱਛੋ ਕੀ ਪੁੱਛਣਾ ਹੈ। ਅੱਜ ਮੈਂ ਬਹੁਤੀਆਂ ਥਾਵਾਂ ਤੇ ਰੁਕਦਾ ਜਾ ਰਿਹਾ ਹਾਂ, ਮਾਫ ਕਰਿਓ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਦੇ ਹਾਂ। ਦੇਖੋ, ਅਜੀਬ ਕਹਾਣੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਪੁੱਛੋ, ਹੁਣ ਸਾਰੇ ਪੜ੍ਹੇ ਲਿਖੇ ਬੱਚਿਆਂ ਨੂੰ ਪੁੱਛੋ ਤੁਸੀਂ। ਅਸੀਂ ਤੁਰਨਾ ਇਸ ਧਰਤੀ ਤੇ ਹੈ ਤੇ ਲੋਕਾਂ ਨੂੰ ਹੱਥ ਦਿਖਾ ਕੇ ਪੁੱਛਦੇ ਮੇਰੇ ਤੇ ਕਿਹੜਾ ਗ੍ਰਹਿ ਭਾਰੂ ਹੈ। ਗ੍ਰਹਿ ਆਕਾਸ਼ ਵਿੱਚ ਹੈ, ਤੁਰਨਾ ਧਰਤੀ ਤੇ। ਪੁੱਛਦੇ ਕਿਹਨੂੰ ਹੈ ਤੇ ਤੁਰਨਾ ਇੱਥੇ ਹੈ। ਦੂਜੀ ਗੱਲ, ਤੁਸੀਂ ਅੱਜ ਬੱਚਿਆਂ ਨੂੰ ਪੁੱਛ ਕੇ ਦੇਖੋ ਵੀ ਇੱਕ ਸੂਰਜ ਦੀ ਕਿਰਨ ਜਿਹੜੀ ਚੱਲਦੀ ਹੈ ਉਹ ਸਾਡੇ ਤੱਕ ਪਹੁੰਚਦੀ ਕਿੰਨੇ ਟਾਈਮ 'ਚ ਪਹੁੰਚਦੀ ਹੈ। ਇਹ ਨਹੀਂ ਵੀ ਸੂਰਜ ਚੜ੍ਹ ਗਿਆ। ਸੂਰਜ ਕਦੋਂ ਦਾ ਚੜ੍ਹਿਆ ਹੁੰਦਾ, ਸਾਨੂੰ ਲੇਟ ਦਿਸਦਾ ਉਹ, ਕਿਉਂਕਿ ਉਹਦੀ ਰੋਸ਼ਨੀ ਧਰਤੀ ਤੇ ਪਹੁੰਚਦਿਆਂ ਬਹੁਤ ਵਕਤ ਲੱਗਦਾ। ਹੁਣ ਅਸੀਂ ਪੰਡਿਤ ਨੂੰ ਹੱਥ ਅੱਜ ਦਿਖਾ ਰਹੇ ਜੀ, ਦੱਸੋ ਮੈਨੂੰ। ਉਹ ਕਹਿੰਦਾ ਪਾਈਆ ਦਾਲ ਦੇ ਦੇ। ਤੇ ਹੁਣ ਗੁਰਦੁਆਰਿਆਂ 'ਚ ਵੀ ਇਹ ਚੱਲ ਪਿਆ ਵੀ ਅਸੀਂ ਉਹਨਾਂ ਦੀ ਬਜਾਏ, ਕਰਮ ਉਹੀ ਹੈ, ਇੱਥੇ ਆ ਕੇ ਵੀ ਕਰਨ ਲੱਗ ਪਏ ਵੀ ਮਹਾਂ ਹੀ ਦਾਲ ਇੱਥੇ ਦੇ ਜਿਓ ਤੇ ਵਿੱਚ 2-4 ਕਿੱਲਾਂ ਰੱਖ ਦਿਓ ਲੋਹੇ ਦੀਆਂ, ਬਈ ਇਹ ਇਸ ਤਰ੍ਹਾਂ ਦਾ ਸਰੋਂ ਦਾ ਤੇਲ। ਮੇਰੀ ਹੱਥ ਜੋੜ ਕੇ ਬੇਨਤੀ, ਐਡੇ ਵੱਡੇ ਰੱਬ ਦੀਆਂ ਗੱਲਾਂ, ਜਿਹੜਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਬੱਚਿਆਂ ਨੂੰ ਪੁੱਛ ਕੇ ਦੇਖੋ, ਸਾਇੰਸ ਪੜ੍ਹਦੇ ਨੇ, ਕਿੰਨੀਆਂ ਗਲੈਕਸੀਜ਼ ਨੇ ਅੱਜ। ਸਾਇੰਸਦਾਨ ਹੱਥ ਜੋੜ ਬੈਠੇ ਨੇ ਵੀ ਇੰਨੀਆਂ ਗਲੈਕਸੀਜ਼ ਨੇ ਅੰਦਰ, ਉਹਨਾਂ ਦੇ ਜਿਹੜੇ ਬ੍ਰਹਿਮੰਡ ਨੇ, ਅਸੀਂ ਲੱਭਣੋਂ ਥੱਕ ਗਏ ਪਰ ਉਹਦਾ ਅੰਤ ਨਹੀਂ। ਤੇ ਕਿਹੜੇ ਗ੍ਰਹਿ ਨਛੱਤਰ, ਕਿਹੜੇ ਚੰਦਰਮਾ ਦੀ ਗੱਲ ਕਰਨੇ, ਕਿਹੜੇ ਸੂਰਜ ਦੀ ਗੱਲ ਕਰਨੇ, ਆਪਾਂ ਕਿੱਥੇ ਬੈਠੇ ਹਾਂ। ਗੁਰੂ ਨਾਨਕ ਸਾਹਿਬ ਨੇ ਗੱਲਾਂ ਕਦੋਂ ਉਹਦੀਆਂ ਕਹੀਆਂ ਹੋਈਆਂ ਨੇ। ਕੇਤੇ ਇੰਦ ਚੰਦ ਸੂਰ ਕੇਤੇ, ਕਿੰਨੇ ਹੀ ਚੰਦਰਮਾ ਨੇ, ਕਿੰਨੇ ਹੀ ਸੂਰਜ ਨੇ। ਕਿਹੜੇ ਸੂਰਜ ਦੀ ਗੱਲ ਕਰਨਾ ਮਨਾ ਤੂੰ, ਕਿਹੜਾ ਗ੍ਰਹਿ ਤੇਰੇ ਤੇ ਭਾਰੂ ਹੈ। ਕਿੱਡਾ ਸਾਇੰਟੀਫਿਕ ਧਰਮ ਹੈ ਸਾਡਾ, ਪਰ ਅਸੀਂ ਕਿੱਡੇ ਉਹਨੂੰ ਬੁੱਕਲਾਂ 'ਚ ਵੜ ਕੇ ਬੈਠੇ ਹੋਏ ਹਾਂ। ਤਾਂ ਮੈਂ ਵਾਪਸ ਚੱਲਾਂ ਆਪਣੀ ਗੱਲ ਵੱਲ। ਉਹ ਹੁਣ ਇਵੇਂ ਬੈਠਾ ਹੈ ਤੇ ਉਹ ਅੱਖਾਂ ਮੀਟ ਕੇ ਕਹਿੰਦਾ ਮੈਂ ਸ਼ਿਵਪੁਰੀ ਚਲਾ ਗਿਆ, ਪੁੱਛੋ ਕੀ ਪੁੱਛਣਾ। ਲੋਕ ਪੁੱਛਦੇ ਨੇ, ਉਹ ਆਪਣੇ ਵੱਲੋਂ ਬਣਾ ਕੇ ਸ਼ਬਦਾਵਲੀ ਜੀ ਕਹਿ ਦਿੰਦਾ, ਮੈਂ ਕਿਹੜਾ ਸ਼ਿਵਪੁਰੀ ਦੇਖੀ ਹੈ। ਉਹ ਕਦੇ ਕਹਿੰਦਾ ਮੈਂ ਇੰਦਰਪੁਰੀ ਚਲਾ ਗਿਆ, ਕਦੇ ਕਹਿੰਦਾ ਮੈਂ ਬ੍ਰਹਮਾਪੁਰੀ ਚਲਾ ਗਿਆ। ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਇਵੇਂ ਲੋਕ ਬਹੁਤ ਕੂੜ ਦਾ ਜਿੱਥੇ ਪਸਾਰਾ ਹੋਵੇ ਨਾ, ਉੱਥੇ ਗਿਣਤੀ ਬਹੁਤ ਹੋਇਆ ਕਰਦੀ ਹੈ।
सच नाल कोई बहुते नहीं तुरदे। एक बाबा अकाल रूप, दूजा रबाबी मरदाना। गुरु नानक साहब नाल किन्ने क तुरे सी। ते उदों वो लोग ने जिहड़े वो बहुत गिणती विच बैठे ने। लोग भी अखां बंद कर लेंदे ने ते वो पंडित भी अखां बंद कर लेंदा, बाबा भी अखां बंद कर लेंदा। गुरु नानक साहब जी ने भाई मरदाना जी नूं कहा, उन्हें अगे एक गड़बी रखी हुई सी। गड़बी समझते हो तुसी? गड़बी का मूँह तो तंग हुंदा है, जदों उहदे च कोई सिक्का पाउंदा है तो टन करके थल्ले डिगदा है, तो उहदे तो अंदाजा लाई जाता भी किन्ने क पैसे आ रहे हैं ते संगत किन्नी क आ रही है। अखां बंद करके वो कर रहा सारा कुछ। हुण जदों इवें दे कर्म कांड कर रहा, गुरु नानक साहब जी ने आख्या भाई मरदाना जी नूं, कहण लगे मरदानिया इहदा गड़वा चुक के ना इहदे पिछे रख दे। किड्डियां गजब दीयां उदाहरणां ने गुरु नानक साहब दीयां। भाई मरदाना जी कहण लगे सतगुरु बंदे बहुत ने, इहदे श्रद्धालु बहुत है, भी जे कोई गड़बड़ होगी तो आपां नूं भजन कोई नहीं देना, आपां परदेसी बंदे। साहब कहंदे भी फिकर ना कर, जिथे सच दा शेर बुकदा है ना उत्थे मिर्गां दी भीड़ नहीं, कदे कूड़ दी भीड़ नहीं रुकदी। सिंह बुके मिर्गावली पन्नी जाए ना धीर धरोआ, आ सी मिर्गां दी डार। जिथे गुरु नानक साहब गज जाते सन ना ते उत्थे कूड़ दी कोई बाह नहीं सी चलदी। हुण टन टन पैसे पैंदे होण ते इक्को बारी बंद हो जाण। आम लोगों ने सोचा भी ये भी चोलियां विच ही ने, इहदे नाल दे ही होणे ने। गड़बा भर गया होना, पिछे तां रखे होना। वो उन्होंने चोरी जी अख खोल के देखा भी गड़बा अगे है नहीं, तो पैसों की आवाज़ बंद हो गई। तो उन्हें चोरी जी अख खोल के देखा तो उत्थे गड़बा है नहीं। वो कहन लग्या भी संतां नाल मश्करी नहीं करी दी, बई तुसी गड़बा कित्थे है। गुरु नानक साहब जी उस वेले उठ के खलो गए ते कहन लगे बई बाबा जी तुहाडा गड़बा कित्थे, मैनूं पता है। कहन लगे दसो कित्थे है। साहब कहन लगे भी मैं कुछ गल्लां पुछणियां चाहुंदा, तुहाडी बड़ी दूर तक पहुँच है। वो कहन लगे बिल्कुल पुछो। कहन लगे तुसी इंद्रपुरी भी जांदे हो? कहन लगे बिल्कुल। शिवपुरी भी जांदे हो? कहंदे हाँ जी। ब्रह्मपुरी भी जांदे हो? कहन लगे मैनूं तिन्ने पुरियां दी सोझी है पूरी, पुछो की पुछना जल्दी। हजूर कहन लगे बाबा जी सानू तां 4 फुट तो अगे नहीं दिसदा ते तुहानूं 3 पुरियां दिसदियां ने ते गड़बा तुसी सानू पुछ रहे हो ते तुसी अपना गड़बा नहीं देख सकते, तुसी सानू की दसना। एक काम करो भी सीधे होके या तो इन्हां लोकां दे सामने अज अपना गड़बा लभ के दिखा दिओ। इत्थे बैठे तुसी दस दिओ सानू, असीं चुक लिआवांगे। तुसी 3 लोकां दे देख रहे हो, जिथे गड़बा पिया सानू दस दिओ, असीं चुक लिआवांगे। या तो फिर इन्हां लोकां दे सामने अज गड़बा कढ दिओ, या इन्हां लोकां दे सामने हथ जोड़ के कह दिओ भी मैं भुल्लां करदा सी, ये धर्म नहीं है। दोनों चों किहड़ी गल मंजूर है? हुण गड़बा उहनूं पता हुंदा ते कह दिंदा भी मैं कढ लेना, ते उहदे कोल बस कोई ना चलिया। उहनूं मन्नना पिया भी मैं, लोग भी उहदे गल पै गए बाबा जी सानू तुसीं 3 लोकां दी गल्लां दस रहे हो, अपना गड़बा नहीं गुआचिया होया लभ सकदे। वो लोगों को यह गल बड़ी दलील वाली लगी ते गुरु नानक साहब जी ने वो हथ जोड़ के कहन लगा भी मैनू नहीं पता गड़बा कित्थे, मैं पखंडी करदा सी। हजूर कहन लगे भाई मरदाना जी नूं इहदे ही पिछे पिया गड़बा लिया के इहदे अगे रख दे। लोगों की अखां दे सामने वरती हुई कहानी है। हजूर ने फिर शब्द गाविया, कहन लगे इहो जिहियां आरतियां करन वाले इहो जे धर्मी बनते हैं। आ है वो लोगों की तस्वीर। सतगुरु जी ने फिर शब्द गाविया सी, काल नाही जोग नाही नाही सत का ढब, थनष्ट जग भ्रिष्ट होए डूबता इम जग, कल मैं राम नाम सार, अखी ता मीटे नाक पकड़े ठगण को संसार। आंट सेटी नाक पकड़े सूझ ते तिन लो, मगर पाछे कछ न सूझे
ਇਹ ਪਦਮ ਅਲੋਕ, ਕਹਿੰਦੇ ਚੰਗਾ ਤੁਹਾਡਾ ਆਸਣ ਹੈ, ਤੁਹਾਨੂੰ ਤੁਹਾਡੇ ਹੀ ਪਿੱਛੇ ਨਹੀਂ ਦਿਸਦਾ ਤੇ ਉਹਦਾ 3 ਲੋਕਾਂ ਦੀਆਂ ਗੱਲਾਂ ਕਰ ਰਹੇ ਹੋ। ਉਹ ਲੋਕ ਵੀ ਜਗਨਨਾਥਪੁਰੀ ਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਬਣ ਗਏ। ਪਤਾ ਲੱਗ ਗਿਆ ਵੀ ਗੱਲ ਕੀ ਸੀ। ਇੱਥੋਂ ਹਜ਼ੂਰ ਵਿਚਰਦਿਆਂ ਹੋਇਆਂ ਹੁਣ ਵਾਪਸੀ ਦੇ ਦੌਰ ਤੇ ਨੇ। ਆਉਂਦੇ ਹੋਏ ਸਤਿਗੁਰੂ ਜੀ ਦਿੱਲੀ ਵਿੱਚੋਂ ਸੋਨੀਪਤ ਇਸ ਇਲਾਕੇ ਵਿੱਚ ਆਏ ਨੇ। ਸੋਨੀਪਤ ਵਿੱਚ ਗੁਰੂ ਨਾਨਕ ਸਾਹਿਬ ਜੀ ਬਾਹਰ ਬੈਠੇ ਨੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਸਤਿਗੁਰੂ ਅੱਗੇ ਕੋਈ ਨਾ ਕੋਈ ਤਾਂ ਆ ਜਾਂਦਾ ਹੈ, ਵੀ ਅੱਜ ਠੰਡ ਦਾ ਮੌਸਮ ਲੱਗਦਾ ਹੈ, ਭਈ ਆਪਾਂ ਨੂੰ ਤਾਂ ਕੋਈ ਪੁੱਛਣ ਵੀ ਨਹੀਂ ਆਇਆ ਪਿੰਡ ਚੋਂ। ਹਜ਼ੂਰ ਕਹਿਣ ਲੱਗੇ ਵੀ ਇੱਕ ਪ੍ਰੇਮੀ ਰਹਿੰਦਾ ਹੈ, ਜੇ ਉਹਨੂੰ ਪਤਾ ਲੱਗਿਆ ਤੇ ਉਹ ਜ਼ਰੂਰ ਆਏਗਾ। ਆਖਰ ਇੱਕ ਕਿਰਤੀ ਸਿੱਖ, ਉਹਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਆਏ ਨੇ। ਉਹ ਸਤਿਗੁਰਾਂ ਨੂੰ ਲੈਣ ਗਿਆ ਤੇ ਅੱਗੇ ਜਾ ਕੇ ਬੇਨਤੀ ਕੀਤੀ, ਦਾਤਿਆ ਮੈਨੂੰ ਪਤਾ ਹੁੰਦਾ ਮੈਂ ਅੱਜ ਕੰਮ ਤੇ ਨਾ ਜਾਂਦਾ, ਆਓ ਕਿਰਪਾ ਕਰੋ। ਸਮਾਨ ਚੁੱਕਿਆ ਤੇ ਘਰ ਲੈ ਕੇ ਚਲੇ ਗਏ। ਸਾਦੀ ਜਿਹੀ ਝੁੱਗੀ ਹੈ, ਇੱਕ ਛੋਟੀ ਜਿਹੀ, ਬਹੁਤ ਸਾਦੀ ਜਿਹੀ ਝੁੱਗੀ, ਉਹਦੇ ਵਿੱਚ ਚਲੇ ਗਏ ਤੇ ਜਾ ਕੇ ਹੁਣ ਉਹ ਸਿੱਖ ਘਰ ਵਾਲੀ ਨੂੰ ਪੁੱਛਦਾ, ਭਗਵਾਨ ਨੇ ਘਰ 'ਚ ਪ੍ਰਸ਼ਾਦੇ ਪਾਣੀ ਦਾ ਕੀ ਪ੍ਰਬੰਧ ਹੈ? ਉਹ ਕਹਿਣ ਲੱਗੀ ਵੀ ਜੇ ਤਾਂ ਆਪਾਂ ਸਾਰੇ ਜਣੇ ਰਲ ਕੇ ਖਾਈਏ ਫਿਰ ਤਾਂ 2 ਡੰਗ ਹੋ ਜਾਣਗੇ, ਇੱਕ ਅੱਜ ਦਾ ਤੇ ਇੱਕ ਸਵੇਰ ਦਾ। ਤੇ ਹੁਣ ਇਹ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਨੇ ਰਹਿਣਾ ਕਿੰਨਾ ਕੁ ਚਿਰ ਹੈ। ਜੇ ਆਪਾਂ ਇਹਨਾਂ ਨੂੰ ਖਵਾ ਦਈਏ ਤਾਂ ਮੇਰਾ ਖਿਆਲ ਹੈ ਵੀ 2 ਦਿਨ ਲੰਘ ਜਾਣਗੇ, ਆਪਾਂ ਸਾਰ ਲਾਂਗੇ ਵੀ। ਦੋਨਾਂ ਨੇ ਵਿਚਾਰ ਬਣਾ ਲਈ ਵੀ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਤੇ ਗੁਰੂ ਨਾਨਕ ਸਾਹਿਬ ਨੂੰ ਛਕਾ ਦਿੰਦੇ। ਅੱਜ ਜਿਹਦਾ ਦਿੱਤਾ ਰੋਜ਼ ਖਾਂਦੇ ਆ, ਕੀ ਹੋਇਆ ਅੱਜ ਭੁੱਖੇ ਰਹਿ ਲਾਂਗੇ। ਇੱਕ ਗੱਲ ਚੇਤਾ ਰੱਖਿਓ, ਕੁਰਬਾਨੀ ਉਦੋਂ ਦਿੱਤੀ ਜਾਂਦੀ ਜਦੋਂ ਪਿਆਰ ਹੋਵੇ। ਜੇ ਪਿਆਰ ਨਾ ਹੋਵੇ ਤੇ ਕੁਰਬਾਨੀ ਨਹੀਂ ਦਿੱਤੀ ਜਾਂਦੀ। ਪਿਆਰ ਨਾਲ ਅਸੀਂ ਗੁਰੂ ਨਾਲ ਪਿਆਰ ਹੀ ਨਹੀਂ ਕਰ ਸਕੇ। ਪ੍ਰਸ਼ਾਦੇ ਪਾਣੀ ਬਣਾਏ, ਗੁਰੂ ਨਾਨਕ ਸਾਹਿਬ ਜੀ ਅੱਗੇ ਰੱਖ ਦਿੱਤਾ, ਭਾਈ ਮਰਦਾਨਾ ਜੀ ਅੱਗੇ ਰੱਖ ਦਿੱਤਾ। ਹਜ਼ੂਰ ਹੱਸ ਪਏ, ਕਹਿਣ ਲੱਗੇ ਕਿਵੇਂ ਹੋ ਸਕਦਾ ਤੁਸੀਂ ਭੁੱਖੇ ਬੈਠੋ, ਮੈਂ ਪ੍ਰਸ਼ਾਦਾ ਛਕ ਲਵਾਂ। ਇੱਕ ਕੁਰਬਾਨੀ ਦਾ ਬਚਨ ਕਹਿਣ ਲੱਗਾ, ਉਹ ਬਹੁਤ ਧਿਆਨ ਨਾਲ ਸੁਣਿਓ। ਗੁਰਬਾਣੀ ਵਿੱਚ ਬਚਨ ਹੈ, ਕਹਿੰਦੇ ਮਾਂ ਉਦੋਂ ਨਹੀਂ ਰੱਜਦੀ ਜਦੋਂ ਉਹ ਆਪ ਪ੍ਰਸ਼ਾਦਾ ਛਕਦੀ ਹੈ, ਮਾਂ ਉਦੋਂ ਰੱਜਦੀ ਜਦੋਂ ਉਹਦੀ ਔਲਾਦ ਪ੍ਰਸ਼ਾਦਾ ਛਕਦੀ ਹੈ। ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਂ ਨੂੰ ਸਬਰ ਆ ਜਾਂਦਾ, ਉਹਦਾ ਬੱਚਾ ਕਿਤੇ ਰੱਜ ਕੇ ਰੋਟੀ ਖਾ ਲੇ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ। ਮੱਛੀ ਖੁਸ਼ ਹੋ ਜਾਂਦੀ ਜੇ ਕਿਤੇ ਖੁੱਲਾ ਪਾਣੀ ਹੋਵੇ। ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਕਹਿੰਦੇ ਉਦੋਂ ਸਤਿਗੁਰੂ ਪ੍ਰਸੰਨ ਹੋ ਜਾਂਦਾ ਜਦੋਂ ਮੇਰਾ ਸਿੱਖ ਪ੍ਰਸ਼ਾਦਾ ਛਕਦਾ। ਪਿਆਰ ਵਾਲਿਓ, ਪ੍ਰਸ਼ਾਦਾ ਛਕਣ ਲੱਗਿਆ ਸ਼ੁਕਰ ਜ਼ਰੂਰ ਕਰਿਆ ਕਰੀਏ ਗੁਰੂ ਦਾ। ਮੇਰਾ ਗੁਰੂ ਖੁਸ਼ ਹੋ ਜਾਂਦਾ, ਅੱਜ ਮੇਰਾ ਪੁੱਤ ਆਪਣੇ ਦਸਾਂ ਨੌਂ ਦੀ ਕਿਰਤਕਾਰ ਕਰਕੇ ਪ੍ਰਸ਼ਾਦਾ ਛਕਣ ਲੱਗਾ। ਇਹ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਵੀ ਐਵੇਂ ਕਿਵੇਂ ਹੋ ਸਕਦਾ ਸਿੱਖਾ, ਮੈਂ ਪ੍ਰਸ਼ਾਦਾ ਛਕ ਲਾਂ, ਤੁਸੀਂ ਭੁੱਖੇ ਬੈਠੇ ਹੋਵੋ, ਆਪਾਂ ਰਲ ਕੇ ਛਕਦੇ, ਕੋਈ ਨਹੀਂ ਦਾਤਾ ਹੋਰ ਦਵੇਗਾ। ਉਹਨਾਂ ਦੇ ਘਰ ਮਿੱਟੀ ਦੇ ਭਾਂਡੇ ਨੇ, ਇਹ ਮਿੱਟੀ ਦਾ ਹੀ ਤਵਾ ਹੈ, ਸਾਦੀ ਜਿਹੀ ਝੁੱਗੀ ਹੈ। ਪ੍ਰਸ਼ਾਦਾ ਵੰਡ ਕੇ ਛਕ ਲਿਆ। ਰਾਤ ਨੂੰ ਦੋਨਾਂ ਜਣਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕੇ ਗੁਰਮਤਿ ਦੀਆਂ ਬਾਤਾਂ ਪਾਈਆਂ। ਬਹੁਤ ਘੱਟ ਸੁੱਤੇ, ਅੰਮ੍ਰਿਤ ਵੇਲਾ ਹੋਇਆ। ਫਿਰ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ ਹੋਏ। ਅਸੀਂ ਤਾਂ ਹੁਣ 100 ਪਖੰਡ ਕਰਨੇ ਆ ਨਾ। ਮੇਰੇ ਵਰਗਾ ਕਥਾ ਕਰਨਾ ਹੋਵੇ, ਪ੍ਰਬੰਧਕਾਂ ਨੂੰ ਸੂਲੀ ਟੰਗੀ ਰੱਖਦਾ, ਆਹ ਲਿਆ ਕੇ ਦਿਓ ਮੈਨੂੰ, ਆਹ ਲਿਆ ਕੇ ਦਿਓ।
ਇੱਕ ਝੁੱਗੀ ਵਿੱਚ ਚਾਰੇ ਜਣੇ ਕਿਵੇਂ ਪਏ ਹੋਣਗੇ? ਜੀਣ ਦੁਨੀ ਦਾ ਮਾਲਕ ਉਹਨਾਂ ਦੇ ਬਿਸਤਰੀਆਂ 'ਚ ਕਿਵੇਂ ਸੁੱਤਾ ਹੋਏਗਾ? ਤੁਸੀਂ ਸੋਚ ਕੇ ਦੇਖੇ। ਅੱਜ ਅਸੀਂ ਕਿੰਨੇ ਕਰਮ ਕਾਂਡ ਕਰਨੇ। ਸਵੇਰ ਦਾ ਵਕਤ ਹੋਇਆ, ਜਿਵੇਂ ਦੇ ਇਸ਼ਨਾਨ ਪਾਣ ਦਾ ਪ੍ਰਬੰਧ ਸੀ ਉਹ ਕੀਤਾ, ਰੱਬ ਦੀ ਬਾਣੀ ਪੜ੍ਹੀ, ਪ੍ਰਸ਼ਾਦ ਪਾਣੀ ਤਿਆਰ ਹੋਇਆ, ਛਕ ਕੇ ਗੁਰੂ ਨਾਨਕ ਸਾਹਿਬ ਜੀ ਚੱਲੇ ਨੇ। ਤੇ ਉਹ ਪਰਿਵਾਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਦੂਰੀ ਤੱਕ ਛੱਡਣ ਚੱਲਿਆ। ਭਾਈ ਮਰਦਾਨਾ ਜੀ ਦੇਖ ਕੇ ਬੜੇ ਹੈਰਾਨ ਹੋਏ ਵੀ ਸਤਿਗੁਰੂ ਕਈਆਂ ਦੇ ਉੱਤੇ ਤਾਂ ਏਡੀਆਂ ਰਹਿਮਤਾਂ ਬਰਸਾ ਦਿੰਦੇ ਨੇ, ਤੇ ਆਹ ਕਿੱਡਾ ਲੋੜਵੰਦ ਪਰਿਵਾਰ ਹੈ, ਇਹਦੇ ਲਈ ਇੱਕ ਬਚਨ ਵੀ ਨਹੀਂ ਕਹਿ ਕੇ ਚੱਲੇ, ਚੁੱਪ ਚਪੀਤੇ ਟੁਰ ਚੱਲੇ ਨੇ। ਭਾਈ ਮਰਦਾਨੇ ਨੇ ਸੋਚਿਆ ਮੈਂ ਇਹ ਗੱਲ ਛੇੜ ਕੇ ਵੇਖਾਂ। ਕਹਿਣ ਲੱਗੇ ਸਤਿਗੁਰੂ ਭਈ ਇਹਨਾਂ ਵਿਚਾਰਿਆਂ ਦੇ ਘਰ ਤਾਂ ਭਾਂਡੇ ਵੀ ਨਹੀਂ ਹੈਗੇ, ਵੀ ਇਹ ਮਿੱਟੀ ਦੇ ਭਾਂਡਿਆਂ 'ਚ ਵਿਚਾਰੇ ਬਣਾਉਂਦੇ ਨੇ, ਛਕਦੇ ਨੇ, ਕੋਈ ਕਰ ਦਿਓ ਰਹਿਮਤਾਂ। ਇਹ ਇਹਨਾਂ ਦੇ ਲਾਇਕ ਨਹੀਂ ਹੈ ਮਿੱਟੀ ਦੇ ਭਾਂਡਿਆਂ ਦੇ, ਜਿਵੇਂ ਦਾ ਇਹਨਾਂ ਦਾ ਜੀਵਨ ਹੈ। ਹਜ਼ੂਰ ਕਹਿਣ ਲੱਗੇ ਬਿਲਕੁਲ ਠੀਕ ਕਹਿੰਦੇ ਹੋ। ਆ ਪਕੜ ਮੇਰਾ ਡੰਡਾ। ਹਜ਼ੂਰ ਦੇ ਹੱਥ ਵਿੱਚ ਡੰਡਾ ਹੁੰਦਾ ਸੀ, ਆਸਾ ਹੱਥ ਕਿਤਾਬ ਕੱਚ। ਲੋੜ ਪਈ ਤੇ ਵਰਤਦੇ ਵੀ ਹੋਣਗੇ ਡੰਡਾ। ਅਸੀਂ ਤਾਂ ਉਹ ਦੂਜਾ ਪੱਖ ਦਿਖਾਇਆ ਹੀ ਨਹੀਂ ਨਾ ਗੁਰੂ ਨਾਨਕ ਸਾਹਿਬ ਜੀ ਦਾ। ਤੁਹਾਨੂੰ ਵਕਤ ਮਿਲਿਆ, ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਕਿਤਾਬ ਲਿਖੀ ਹੋਈ ਹੈ ਕੋਠੀ ਝਾੜ, ਉਹ 'ਚ ਉਹਨਾਂ ਗੁਰੂ ਨਾਨਕ ਸਿੰਘ ਲਿਖਿਆ। ਕਹਿੰਦੇ ਗੁਰੂ ਨਾਨਕ ਤਾਂ ਸ਼ੇਰ ਵਾਂਗੂ ਵੱਜੇ ਨੇ। ਇੱਕ ਵੱਖਰਾ ਪੱਖ ਹੈ। ਹਜ਼ੂਰ ਨੇ ਡੰਡਾ ਦਿੱਤਾ, ਕਹਿਣ ਲੱਗੇ ਇਹਨਾਂ ਦੇ ਘਰ ਜਿੰਨੇ ਵੀ ਭਾਂਡੇ ਨੇ ਨਾ ਮਿੱਟੀ ਦੇ, ਸਾਰੀ ਭਾਨਾ। ਭਾਈ ਮਰਦਾਨਾ ਕੰਬ ਕੇ ਕਹਿਣ ਲੱਗੇ ਸਤਿਗੁਰੂ ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਿਓ। ਵਿਚਾਰੇ ਜੇ ਸਾਰੇ ਪਿੰਡ 'ਚੋਂ ਇੱਕ ਨੇ ਸੇਵਾ ਕੀਤੀ ਤੇ ਇਹ ਸਿਖਾ ਕੇ ਚੱਲੇ ਵੀ ਅੱਗੇ ਨੂੰ ਸੇਵਾ ਕੋਈ ਕਰੇ ਹੀ ਨਾ, ਭਾਂਡੇ ਵੀ ਭੰਨ ਚੱਲੇ ਹੋ। ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਆਪੇ ਤਾਂ ਕਿਹਾ ਵੀ ਇਹ ਮਿੱਟੀ ਦੇ ਭਾਂਡਿਆਂ 'ਚ ਖਾਣ ਦੇ ਕਾਬਲ ਨਹੀਂ, ਭਾਨਾ ਤੂੰ ਕੋਈ ਗੱਲ ਨਹੀਂ, ਮੈਂ ਤੇਰਾ ਬਚਨ ਮੰਨਿਆ, ਤੂੰ ਮੇਰਾ ਮੰਨੂ। ਬੜੇ ਦੁਖੀ ਜਿਹੇ ਹਿਰਦੇ ਨਾਲ ਉਹਦੇ ਭਾਂਡੇ ਭੰਨ ਆਏ। ਉਸ ਤੋਂ ਬਾਅਦ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੀ ਰਾਤ ਨੂੰ ਗੁਰੂ ਨਾਨਕ ਸਾਹਿਬ ਨਾਲ, ਵੀ ਅਸੀਂ ਪਹਿਲਾਂ ਇੰਨੇ ਅਮੀਰ ਹੁੰਦੇ ਸੀ, ਇੰਨੇ ਹੁੰਦੇ ਸੀ, ਮੁੰਡੇ ਮੇ ਘਾਟਾ ਪੈ ਗਿਆ ਤੇ ਅੱਜ ਝੁੱਗੀਆਂ 'ਚ। ਸਿੱਖ ਦੱਸਦਾ ਰਿਹਾ। ਉਸ ਤੋਂ ਬਾਅਦ ਕੁਝ ਕਦਮ ਅੱਗੇ ਤੁਰੇ ਤੇ ਸਿੱਖ ਨੇ ਬਿਲਕੁਲ ਮੱਥੇ ਵੱਟ ਨਾ ਪਾਇਆ ਮੇਰੇ ਭਾਂਡੇ ਭੰਨ ਦੇ ਉੱਤੇ। ਹੁਕਮ ਰਜ਼ਾਈ ਚੱਲਣਾ। ਕੁਝ ਕਦਮ ਅੱਗੇ ਗਏ, ਸਤਿਗੁਰੂ ਘੁੱਟ ਘੁੱਟ ਗਲਵੱਕੜੀਆਂ ਪਾਈਆਂ ਸਿੱਖ ਨੂੰ ਤੇ ਉਸ ਬੱਚੀ ਦੇ ਸਿਰ ਤੇ ਹੱਥ ਰੱਖ ਕੇ, ਧੀਏ ਤੂੰ ਬਹੁਤ ਸੁਖੀ ਰਵੇ। ਭਾਈ ਮਰਦਾਨਾ ਜੀ ਨੇ ਫਿਰ ਗੱਲ ਛੇੜ ਲਈ, ਕਹਿਣ ਲੱਗੇ ਸਤਿਗੁਰੂ ਸੁਖੀ ਕਾਹਦੇ ਹੋਣਾ, ਅਸੀਂ ਤਾਂ ਭਾਂਡੇ ਵੀ ਇਹਨਾਂ ਦੇ ਭੰਨ ਚੱਲੇ। ਇਹ ਝੁੱਗੀ ਵਿਚਾਰਿਆਂ ਦੀ ਘਰ ਘਾਹ ਫੂਸ ਦੀ ਝੁੱਗੀ ਹੈ। ਚੰਗਾ ਮੀਂਹ ਆ ਜਾਵੇ, ਕੋਈ ਝੱਖੜ ਆ ਜਾਏ ਤੇ ਉਹ ਤਾਂ ਉੱਦਾਂ ਹੀ ਨਹੀਂ ਰਹਿਣੀ। ਕੁਛ ਕਰ ਦਿਓ ਦਾਤਿਆ। ਸਾਹਿਬ ਕਹਿਣ ਲੱਗੇ ਚੰਗਾ ਭਾਈ ਮਰਦਾਨਿਆ ਤੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ 'ਚ ਰਾਜੀ ਹੈ। ਇਹਨਾਂ ਦੇ ਘਰੋਂ ਅੱਗ ਲੈ ਕੇ ਝੁੱਗੀ ਨੂੰ ਅੱਗ ਲਾਇਆ। ਭਾਈ ਮਰਦਾਨਾ ਜੀ ਹੈਰਾਨ। ਅੱਗੇ ਪੁਰਾਣੇ ਸਮੇਂ 'ਚ ਦੇਖਿਆ ਹੋਵੇਗਾ ਤੁਸੀਂ, ਅੱਜ ਵਰਗੇ ਤੀਲਾਂ ਦੀ ਡੱਬੀਆਂ ਨਹੀਂ ਸੀ ਹੁੰਦੀਆਂ, ਲੋਕ ਅੱਗ ਦੀ ਗੋਹਾ ਦਬਾ ਕੇ ਘਰ 'ਚ ਰੱਖਦੇ ਸੀ, ਅੱਗ ਨਹੀਂ ਸੀ ਘਰੋਂ ਜਾਂਦੀ। ਅੱਗ ਲਈ ਤੇ ਝੁੱਗੀ ਨੂੰ ਅੱਗ ਲਾਤੀ, ਸੜ ਗਈ। ਸਿੱਖ ਨੇ ਮੱਥੇ ਵੱਟ ਨਾ ਪਾਇਆ, ਦੋਵੇਂ ਪਤੀ ਪਤਨੀ ਕੋਲ ਖਲੋਤੇ ਨੇ। ਸਾਹਿਬ ਨੇ ਫਿਰ ਪਿਆਰ ਕੀਤਾ, ਆਖਰ ਅੱਗੇ ਤੁਰ ਪਏ। ਹੁਣ ਉਹ ਘਰ ਵਾਪਸ ਆਏ ਨੇ, ਝੁੱਗੀ ਵੀ ਸੜ ਗਈ, ਭਾਂਡੇ ਵੀ ਟੁੱਟ ਗਏ। ਮਨ ਵਿੱਚ ਵਿਚਾਰ ਬਣਾਈ, ਘਰ ਵਾਲੀ ਨੂੰ ਕਹਿਣ ਲੱਗਿਆ ਚੰਗਾ ਹੋਇਆ ਇਹ ਜਿਹੜੀਆਂ ਛੋਟ ਛੋਟੀਆਂ ਕੰਧਾਂ ਨੇ ਉੱਤੇ ਛੰਨ ਜੀ ਪਾਈ ਹੋਈ ਸੀ, ਕੰਧਾਂ ਲਿੰਬ ਲਿੰਬ ਕੇ ਆਪਾਂ ਕਿੱਡੀਆਂ ਮੋਟੀਆਂ ਕਰ ਲਈਆਂ, ਹੁਣ ਮੁੱਢੋਂ ਹੀ ਢਾਹ ਕੇ ਬਣਾਉਣੇ ਆ। ਝੁੱਗੀ ਉਹ ਬਣਾਉਣੀ ਮੁੱਢੋਂ ਹੀ ਢਾਹ ਕੇ ਬਣਾਉਣੇ। ਉਹ ਜਦੋਂ ਮੁੱਢੋਂ ਢਾਹ ਕੇ ਬਣਾਈ, ਜਦੋਂ ਮੁੱਢੋਂ ਢਾਈ, ਉਹ ਝੁੱਗੀ ਕੰਧਾਂ ਜਿਹੜੀਆਂ ਸੀ ਉਹ ਢਾਈਆਂ, ਕਿਉਂਕਿ ਪਹਿਲਾਂ ਇਹ ਪਰਿਵਾਰ ਬਹੁਤ ਅਮੀਰ ਸੀ।
ਉਹਦੇ ਵਿੱਚੋਂ ਕਿਤੇ ਗੜਬੀ ਦੇ ਵਿੱਚ ਜਾਂ ਕਿਸੇ ਮਿੱਟੀ ਦੇ ਭਾਂਡੇ ਵਿੱਚ ਦੱਬੀਆਂ ਹੋਈਆਂ ਉਹਨਾਂ ਦੇ ਬਜ਼ੁਰਗਾਂ ਦੀਆਂ ਮੋਹਰਾਂ ਮਿਲ ਗਈਆਂ। ਵਧੀਆ ਘਰ ਬਣਾਇਆ, ਗੁਰੂ ਨਾਨਕ ਸਾਹਿਬ ਦਾ ਲੰਗਰ ਲਾਇਆ। ਜਦੋਂ ਕਰਤਾਰਪੁਰ ਸਾਹਿਬ ਵਸਿਆ ਤੇ ਸਿੱਖ ਗੁਰੂ ਚਰਨਾਂ ਵਿੱਚ ਗਿਆ, ਭਾਈ ਮਰਦਾਨਾ ਜੀ ਉਹਨੂੰ ਪਛਾਣ ਕੇ ਭੱਜ ਕੇ ਅੱਗੇ ਕਹਿਣ ਲੱਗੇ, ਭਲਿਆ ਮੈਨੂੰ ਦੱਸ ਤੂੰ ਕੋਈ ਨਿੱਕੀ ਮੋਟੀ ਝੁੱਗੀ ਬਣਾਈ ਹੈ? ਅਸੀਂ ਤਾਂ ਸਾੜ ਆਏ ਸੀ, ਭਾਂਡੇ ਭੰਨ ਆਏ ਸੀ। ਉਹਦੀਆਂ ਅੱਖਾਂ 'ਚ ਪਾਣੀ ਵਗਦਾ, ਗੱਲ ਨਹੀਂ ਜ਼ਬਾਨੋਂ ਨਿਕਲਦੀ। ਕਹਿਣ ਲੱਗੇ ਭਾਈ ਮਰਦਾਨਾ ਜੀ ਵਾਰ-ਵਾਰ ਕਹਿੰਦੇ, ਮੈਨੂੰ ਪਤਾ ਤੈਨੂੰ ਦੁੱਖ ਹੋਇਆ ਹੋਵੇਗਾ, ਝੁੱਗੀ ਸਾੜ ਆਏ, ਕੋਈ ਚੰਗਾ ਕੰਮ ਥੋੜਾ ਕੀਤਾ ਸੀ, ਪਰ ਫਿਰ ਵੀ ਤੂੰ ਹੌਸਲਾ ਰੱਖ ਕੇ ਮੈਨੂੰ ਦੱਸ ਤਾਂ ਦੇ। ਉਹ ਕਹਿਣ ਲੱਗਿਆ, ਕੀ ਦੱਸਾਂ, ਮੈਨੂੰ ਸਤਿਗੁਰੂ ਨੂੰ ਪਤਾ ਹੈ ਕਿਵੇਂ, ਮੈਨੂੰ ਨਹੀਂ ਸੀ ਪਤਾ ਉਦੋਂ ਕਿਉਂ ਗੁਰੂ ਕਹਿੰਦਾ ਸੀ ਇਹ ਝੁੱਗੀਆਂ 'ਚ ਰਹਿਣ ਦੇ ਕਾਬਲ ਨਹੀਂ, ਕਿਉਂ ਗੁਰੂ ਕਹਿੰਦਾ ਸੀ ਇਹ ਮਿੱਟੀ ਦੇ ਭਾਂਡਿਆਂ 'ਚ ਖਾਣ ਦੇ ਕਾਬਲ ਨਹੀਂ। ਅੱਜ ਜਾ ਕੇ ਦੇਖਿਓ, ਬਹੁਤ ਵਧੀਆ ਮਹੱਲ ਬਣ ਗਿਆ ਧੰਨ ਗੁਰੂ ਨਾਨਕ ਸਾਹਿਬ ਦੇ ਨਾਂ ਦਾ, ਤੇ ਉੱਥੇ ਜਾ ਕੇ ਦੇਖਿਓ ਸੋਨੀਪਤ ਦੇ ਇਲਾਕੇ 'ਚ, ਉੱਥੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਲੰਗਰ ਚੱਲਦਾ। ਅੱਗੇ ਤਾਂ ਮੇਰੇ ਕੋਲੋਂ ਮੇਰੀ ਰੋਟੀ ਪੂਰੀ ਨਹੀਂ ਸੀ ਹੁੰਦੀ, ਹੁਣ ਸਾਰੇ ਇਲਾਕੇ ਦੇ ਲੋਕ ਗੁਰੂ ਨਾਨਕ ਸਾਹਿਬ ਦਾ ਲੰਗਰ ਛਕਦੇ ਨੇ। ਉੱਥੋਂ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਅੱਗੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗਾਥਾ ਲਿਖੀ, ਤੁਹਾਨੂੰ ਵਕਤ ਮਿਲਿਆ ਜ਼ਰੂਰ ਪੜ੍ਹਨਾ। ਉੱਥੋਂ ਅੱਗੇ ਆ ਗਏ, ਅੱਗੇ ਆ ਕੇ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆ ਕੇ ਇੱਥੇ ਵੀ ਇੱਕ ਕਰਮਕਾਂਡ ਫੈਲਾਇਆ ਹੋਇਆ ਸੀ ਲੋਕਾਂ ਨੇ। ਉਹ ਕਰਮਕਾਂਡ ਫੈਲਾਇਆ ਹੋਇਆ ਸੀ, ਇਹ ਵੀ ਸਾਹਿਬ ਸਿੰਘ ਨੇ ਲਿਖਿਆ ਵੀ ਉਦੋਂ ਪੰਡਤ ਇਹ ਗੱਲ ਪ੍ਰਗਟ ਕਰਦੇ ਸਨ ਵੀ ਇੱਥੇ ਇੱਕ ਵਾਰੀ ਕਿਸੇ ਇੱਕ ਰਾਣੀ ਦੀ ਕੰਨ ਦੀ ਬਾਲੀ, ਮੈਨੂੰ ਪਤਾ ਨਹੀਂ ਹੁਣ ਇੱਥੇ ਕੀ ਕਹਿੰਦੇ ਹੋਣਗੇ, ਕੰਨ ਦੀ ਬਾਲੀ, ਕੰਨ ਦਾ ਕਾਂਟਾ ਤਾਂ ਮੇਰਾ ਖਿਆਲ ਹੋਰ ਹੁੰਦਾ, ਤੇ ਉਹ ਕੰਨ ਦੀ ਬਾਲੀ ਇਸ਼ਨਾਨ ਕਰਨ ਲੱਗੇ ਡਿੱਗ ਪਈ। ਤੇ ਜਦੋਂ ਦੂਜੇ ਦਿਨ ਰਾਣੀ ਆਈ ਤੇ ਉਹ ਕੰਨ ਦੀ ਬਾਲੀ ਜਿਹੜੀ ਸੀ ਨਾ, ਉਹ ਗੱਡੇ ਦੇ ਪਹੀਏ ਵਰਗੀ ਬਣੀ ਪਈ ਸੀ, ਵੀ ਐਡਾ ਇੱਥੇ ਦਾਨ ਪੁੰਨ ਕਰਿਆ ਹੋਇਆ ਫਲਦਾ ਹੈ, ਇਹਨਾਂ ਫਲਦਾ ਹੈ। ਉਹ ਲੋਕ ਉੱਥੇ ਅੰਨੇਵਾਹ ਦਾਨ ਕਰਦੇ ਨੇ ਕੁਰੂਕਸ਼ੇਤਰ ਦੀ ਧਰਤੀ ਉੱਤੇ, ਬਹੁਤ ਮਸ਼ਹੂਰ ਧਰਤੀ ਆ। ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉੱਥੇ ਦੱਸਿਆ ਵੀ ਪੰਡਤ ਜੀ ਦੇਖੋ, ਜੇ ਧਰਤੀ 'ਚ ਇੱਕ ਬੀਜ ਪਾਈਏ ਉਹ ਕਈ ਗੁਣਾ ਫਲਦਾ, ਇਹਦਾ ਮਤਲਬ ਧਰਤੀ ਬੜੀ ਤਾਕਤਵਰ ਹੈ। ਪਰ ਜੇ ਕੱਲ ਕਣਕ ਦੀ ਬਜਾਏ ਮੱਕੀ ਬੀਜ ਦਈਏ ਤੇ ਉਹ ਵੀ ਤਾਂ ਨਹੀਂ ਫਲੇਗੀ ਨਾ। ਇਹ ਤਾਂ ਨਹੀਂ ਨਾ ਵੀ ਦੂਜੀ ਫਸਲ ਨਹੀਂ ਹੋਏਗੀ, ਤੀਜੀ ਚੌਥੀ ਪੰਜਵੀਂ ਇਵੇਂ ਹੀ ਹੋਏਗੀ ਨਾ ਸਾਰੀ। ਕਹਿਣ ਲੱਗੇ, ਜੇ ਇੱਕ ਕਾਂਟਾ ਏਡਾ ਵੱਡਾ ਹੋ ਗਿਆ ਤੇ ਏਡਾ ਕੀਤਾ ਹੋਇਆ ਜਿਹੜਾ ਚੰਗਾ ਕੰਮ ਹੈ ਏਡਾ ਫੁੱਲਦਾ ਹੈ, ਤੇ ਪਾਪ ਵੀ ਤਾਂ ਏਡਾ ਹੀ ਫੁੱਲਦਾ ਹੋਏਗਾ। ਤੁਸੀਂ ਕਿੱਡੇ ਪਾਪ ਕਰਦੇ ਹੋ, ਲੋਕਾਂ ਦੀ ਬੋਝੇ ਖਾਲੀ ਕਰਵਾ ਲੈਂਦੇ ਹੋ। ਤੁਹਾਨੂੰ ਨਹੀਂ ਡਰ ਲੱਗਦਾ ਵੀ ਤੁਹਾਡੇ ਪਾਪ ਕਿੱਡੇ ਵੱਡੇ ਹੋ ਜਾਣਗੇ? ਹੁਣ ਉਹਨਾਂ ਨੂੰ ਸੱਚ ਦੀ ਗੱਲ ਦਾ ਪਤਾ ਲੱਗਿਆ। ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਵੀ ਕੂੜ ਦੀ ਦੁਨੀਆ ਵਿੱਚ ਉਲਝੇ ਕੋਈ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਇਸ ਇਲਾਕੇ ਵਿੱਚ ਵਿਚਰ ਰਹੇ ਨੇ ਤੇ ਇੱਕ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਸੁਨੇਹਾ ਮਿਲਦਾ ਹੈ। ਇਹਦਾ ਮੈਂ ਥੋੜਾ ਜਿਹਾ ਪਿਛੋਕੜ ਦੱਸ ਕੇ ਫਿਰ ਇਸ ਗੱਲ ਵੱਲ ਆਵਾਂਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਤੁਰੇ ਸਨ ਤਾਂ ਉਦੋਂ ਮਾਂ ਵੀ ਮਿਲੀ, ਮੈਂ ਉਹ ਜ਼ਿਕਰ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਿਤਾ ਜੀ ਵੀ ਮਿਲੇ, ਅੱਖਾਂ 'ਚ ਪਾਣੀ ਭਰ ਕੇ ਮਿਲੇ। ਤੇ ਰਾਏ ਬੁਲਾਰ ਦੀ ਉਮਰ ਵੱਡੀ ਸੀ, ਉਹ ਕਾਫੀ ਵੱਡੀ ਉਮਰ ਦਾ ਸੀ। ਉਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਤੇ ਫੁੱਟ ਫੁੱਟ ਕੇ ਰੋਇਆ ਗੁਰੂ ਨਾਨਕ ਸਾਹਿਬ ਨੂੰ ਗਲਵੱਕੜੀ ਪਾ ਕੇ। ਸਾਹਿਬ ਜੀ ਨੇ ਰਾਏ ਨੂੰ ਬਹੁਤ ਪਿਆਰ ਕੀਤਾ, ਰਾਏ ਬੁਲਾਰ ਨੂੰ। ਕਹਿਣ ਲੱਗੇ, ਬਈ ਰਾਏ ਜੀ ਤੁਸੀਂ ਇੰਨੇ ਬੈਰਾਗੀ ਹੋ ਗਏ, ਪਾਣੀ ਪੜਨ ਵਾਲੇ ਹੋ। ਕਹਿਣ ਲੱਗੇ, ਸਤਿਗੁਰੂ ਚੰਗੀ ਨਹੀਂ ਨਿਭਾਈ ਤੁਸੀਂ। ਸਾਹਿਬ ਕਹਿੰਦੇ, ਕਿਉਂ? ਕਹਿਣ ਲੱਗੇ, ਮੈਂ ਤੇਰੇ ਪਿਆਰ ਵਿੱਚ ਡੁੱਬ ਕੇ ਨਮਾਜ਼ਾਂ ਪੜ੍ਹਨੀਆਂ ਭੁੱਲ ਗਿਆ। ਤੇਰੇ ਪਿਆਰ ਵਿੱਚ ਡੁੱਬ ਕੇ ਮੈਂ ਅੱਲਾਹ ਤਾਲਾ ਨੂੰ ਵੀ ਭੁੱਲ ਗਿਆ। ਮੈਂ ਤੇ ਰੱਬ ਨੂੰ ਯਾਦ ਕਰਨਾ, ਤੇਰੇ ਦੱਸੇ ਰੱਬ ਨੂੰ ਯਾਦ ਕਰਨਾ। ਮੈਂ ਭੁੱਲ ਗਿਆ ਵੀ ਉਹ ਮੱਕੇ 'ਚ ਹੈ।
मैं मक्का भी भुल गया, मैं काबा भी भुल गया, नमाज़ां भी भुल गया, सब कुछ भुल गया, मैनू तेरा दसिया रब याद है बस। ते आखिर मेरी जिंदगी हुण आखिरी किनारे लग चली है ते तू तुर चले परदेसी। मेरी तो इच्छा सी भी आखिरी वक्त होवे, मैं अपनियां अखां नाल तेरे दीदार करदा होया दुनिया तो जावां। साहब कहन लगे, राय जी पहली गल तो शब्द रूप विच गुरु तुहाडे कोल है, शब्द पढ़ोगे तुहानूं गुरु दे दीदार हो जाणगे। दूजी गल जे शरीरक तौर ते गल करनी है तो फिर जदों तुसीं सुनेहा दिओगे ना, याद करोगे तो मैं आवांगा। राय बुलार बहुत बजुर्ग हो गया, एक बड़ी वड्डी बहुत वड्डी एक दुखांत है साडी जिंदगी दा। बाकी जिन्ने भी फल ने वो जदों कच्चे हुंदे ने तां बेसवादे हुंदे ने, पर जदों पक जांदे ने ते बड़े स्वादिष्ट हो जांदे ने। पर एक मनुखा जामा इहो जिहा फल है, ये जदों कच्चा हुंदा ते बड़ा ही स्वादी लगदा है। बच्चे नूं सारी चुक्की फिरने आपां, किसे दा भी होवे तां भी चुक के सीने लाउण नूं जी करदा। पर जदों ये मनुखा जामा पक जांदा है ना, फिर जिहदी खातर किस्टां ला ला के घर बनाया हुंदा ना, ਜਿਹੜੇ ਧੀਆਂ ਪੁੱਤਾਂ ਨੂੰ ਮੂੰਹ ਚੋਂ ਕੱਢ ਕੇ ਵੀ ਰੋਟੀ ਦਿੱਤੀ ਹੁੰਦੀ ਹੈ ਨਾ, ਉਹੀ ਧੀ ਪੁੱਤ ਕਹਿਣ ਲੱਗ ਜਾਂਦੇ ਨੇ, ਬਾਪੂ ਤੂੰ ਇੱਧਰ ਨਾ ਆਇਆ ਕਰ, ਤੇਰੇ ਕੋਲ ਗੱਲ ਨਹੀਂ ਹੁੰਦੀ, ਮੂੰਹ ਚੋਂ ਥੁੱਕਾਂ ਡਿੱਗ ਪੈਂਦੀਆਂ ਨੇ, ਤੈਨੂੰ 1000 ਵਾਰੀ ਸਮਝਾਇਆ ਨਾ ਆਇਆ ਕਰ। ਬਾਪੂ ਕਿਵੇਂ ਦੱਸੇ, ਇਹਦੀ ਇੱਕ ਇੱਟ ਵਿੱਚ ਮੇਰਾ ਦਰਦ ਛੁਪਿਆ ਹੋਇਆ। 30 ਸਾਲ ਮੈਂ ਕਿਸ਼ਤਾਂ ਲਾਈਆਂ ਨੇ ਦੀਆਂ। ਰਾਏ ਬੁਲਾਰ ਬਜ਼ੁਰਗ ਹੋ ਗਏ। मैं वैसे ही बेनती करन लगा, जिन्हां कोल माँ बाप ने ना जरूर सेवा करिया करो, ये फल दोबारे नहीं मिलता। बहुत बहुत ज्यादा बाद विच बंदा बहुत पछताउंदा है। जिन्हां कोल माँ बाप रूपी ये तोहफा है ना, उन्हें जरूर संभाल के रखियो। मेरा विषय तो दूजा है, पर मैं थोड़ी जी बेनती करदी हां, कदे चेते रखियो, दो गल्लां कंपेयर करके देखियो। जदों मैं मापियां दी गोद विच सी ते मैनूं किन्ने सुख सी, अज मापे मेरे कोल ने ते मैं उन्हां नूं किन्ना सुख दे रिहा। मैं जिद करके चीज़ां लैंदा सी, माँ बाप तां जिद करके चीज़ां भी नहीं लैंदे, वो तां दवाइयां ही मंगदे ने, ते मैं दवाइयां भी नहीं लेके दे पा रहा। मैं भी तां मूँह चों कई बारी थुक्कां सुट्टदा होवांगा, कई बारी दुੱਧ कढ दिंदा होवांगा। मेरी माँ तां नहीं सी कदे देखदी। मैं वेखिया धीआं बच्चियां नूं बड़ा चाह हुंदा, कोई घर परिवार च विआह होवे ना ते कई दिन पहलां सूट सवा लेणगीआं, मैं आ बरात ते पावांगी, आ मेल वाले दिन पावांगी, आ जागो वाले दिन पावांगी। इतिहादक जो हुंदा चाह सारिआं नूं, ते बरात चली होवे ना, सूट पा के ਉਹ बीबी खलोती होवे तो ਉਹਦਾ बच्चा किते उल्टी कर देवे ना, ਉਹ ਇੱਕ ਵਾਰੀ भी नहीं देखदी किड्डा कीमती सूट खराब कर दिता। बच्चे नूं सांभदी है, ਇਹਦੇ ਮੂੰਹ ਤੋਂ ਇਹਨੂੰ ਸਾਹ ਆ ਜਾਏ ਸਹੀ, ਬੱਚੇ ਨੂੰ ਸਾਂਭਦੀ ਹੈ। ਉਹ ਪੁਰਾਣਾ ਹੀ ਸੂਟ ਪਾ ਕੇ ਚਲੇ ਜਾਂਦੀ, ਕਦੇ ਬੱਚੇ ਨੂੰ ਲਾਮਾ ਵੀ ਨਹੀਂ ਦਿੰਦੀ, ਐਡਾ ਪਿਆਰ ਕਰਦੀ। ਫਿਰ ਜਦੋਂ ਕੱਲ ਮਾਂ ਬਾਪ ਹੁੰਦੇ ਨੇ ਨਾ, ਤੇ ਅਸੀਂ ਕਦੇ ਗੁਰੇਜ਼ ਕਰਨੇ ਆਪਣੇ ਹੱਥ ਨਾਲ ਵੀ ਉਹਦਾ ਮੂੰਹ ਪੋਚਣ ਤੇ। ਸੇਵਾ ਕਰਿਆ ਕਰੀਏ ਗੁਰੂ ਨਾਨਕ ਸਾਹਿਬ ਦੇ ਘਰ। ਇਸੇ ਲਈ ਉਹਨਾਂ ਨੇ ਬਾਣੀ ਵਿੱਚ ਵੀ ਮਾਤਾ ਪਿਤਾ ਨੂੰ ਚੇਤੇ ਕਰਵਾਇਆ, ਕਿਤੇ ਭੁੱਲ ਨਾ ਜਾਈਏ। ਜਦੋਂ ਖਲੋ ਕੇ ਅਰਦਾਸ ਕਰਦੇ ਹੋ ਨਾ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਇੱਥੇ ਮਾਂ ਬਾਪ ਵੱਲ ਧਿਆਨ ਚਲਾ ਜਾਂਦਾ। ਮੈਂ ਆਪਣੀ ਗੱਲ ਵੱਲ ਆਵਾਂ। ਰਾਏ ਬੁਲਾਰ ਬਹੁਤ ਬਜ਼ੁਰਗ ਹੋ ਗਏ, ਉੱਠ ਕੇ ਤੁਰਿਆ ਨਹੀਂ ਜਾਂਦਾ। ਉਹਦਾ ਨੌਕਰ ਕੋਲ ਹੈ। ਉਹਦੀ ਹਾਲਤ ਦੇਖ ਕੇ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਭਾਈ ਲਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਸੁਨੇਹਾ ਦਿੱਤਾ, ਭਈ ਰਾਏ ਬੁਲਾਰ ਦੀ ਹਾਲਤ ਨਾਜ਼ੁਕ ਹੈ। ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਆਉਣਾ।
ਰਾਏ ਬੁਲਾਰ ਨੂੰ ਨਹੀਂ ਪਤਾ, ਉਹਦੇ ਪਰਿਵਾਰ ਨੂੰ ਨਹੀਂ ਪਤਾ। ਰਾਏ ਬੁਲਾਰ ਦੇ ਪਰਿਵਾਰ ਵਾਲੇ ਉਹਨੂੰ ਗੁੱਸੇ ਹੁੰਦੇ ਨੇ ਵੀ ਤੂੰ ਰਾਤ ਨੂੰ ਦਰਵਾਜ਼ਾ ਖੁੱਲ੍ਹਾ ਰੱਖ ਕੇ ਸੌਂ ਜਾਂਦਾ, ਇਹ ਘਰ 'ਚ ਕੁੱਤੇ ਵੜ ਜਾਂਦੇ ਨੇ, ਕਿੰਨਾ ਕੁਛ ਬਰਬਾਦ ਕਰ ਜਾਂਦੇ ਨੇ, ਦਰਵਾਜ਼ਾ ਲਾ ਕੇ ਸੋਇਆ ਕਰ। ਰਾਏ ਬੁਲਾਰ ਮਿੰਨਤਾਂ ਕਰਦਾ, ਦਰਵਾਜ਼ਾ ਬੰਦ ਨਾ ਕਰਿਓ, ਮੈਨੂੰ ਕਿਸੇ ਦੇ ਆਉਣ ਦੀ ਉਡੀਕ ਹੈ। ਤੇ ਅੱਜ ਘਰਦਿਆਂ ਨੇ ਥੋੜੇ ਕੌੜੇ ਸ਼ਬਦ ਵਰਤੇ, ਕਹਿਣ ਲੱਗੇ ਅੱਜ ਤੇਰੀ ਗੱਲ ਨਹੀਂ ਮੰਨਣੀ। ਤਰਲੇ ਕਰਦਿਆਂ ਕਹਿਣ ਲੱਗਿਆ ਅੱਜ ਦੀ ਰਾਤ ਰਹਿਣ ਦਿਓ, ਜਿਹੜੀ ਕੱਲ ਦੀ ਰਾਤ ਆਏਗੀ ਕੁੰਡੀ ਲਾ ਦਿਓ। ਅੱਜ ਰਾਤ ਨੂੰ ਪਿਆ ਆਪਣੇ ਬਿਸਤਰ ਉੱਤੇ, ਆਪਣੇ ਨੌਕਰ ਨੂੰ ਕਹਿਣ ਲੱਗਾ ਮੇਰੀ ਬਾਹਾਂ ਚੁੱਕ ਕੇ ਨਾ ਮੇਰੀ ਛਾਤੀ ਤੇ ਰੱਖ ਦੇ, ਮੇਰੇ ਹੱਥ ਜੋੜ ਦੇ। ਨੌਕਰ ਨੇ ਦੋਵੇਂ ਬਾਹਾਂ ਚੁੱਕੀਆਂ, ਛਾਤੀ ਤੇ ਰੱਖ ਦਿੱਤੀਆਂ, ਹੱਥ ਜੋੜੇ। ਪਿਆ ਪਿਆ ਨਾਲੇ ਪਿਆਰ ਵਿੱਚ ਬਹੁਤ ਰੋ ਰਿਹਾ ਹੈ। ਕਹਿਣ ਲੱਗਿਆ ਕੀ ਕਵਾਂ ਤੈਨੂੰ, ਵਾਅਦੇ ਕਰਕੇ ਗਿਆ ਸੀ ਵੀ ਜਦੋਂ ਲੋੜ ਪਈ ਤੇ ਮੈਂ ਆ ਜਾਵਾਂਗਾ, ਹੁਣ ਦੱਸ। ਇਹ ਦਰਵਾਜ਼ਾ ਬੰਦ ਕਰਨ ਲੱਗੇ ਨੇ, ਮੈਂ ਅਰਦਾਸ ਕਰਦਾ ਮੇਰਾ ਦੇ ਸਾਈਆਂ ਕਿਤੇ ਦਿਲ ਦਾ ਦਰਵਾਜ਼ਾ ਨਾ ਬੰਦ ਹੋ ਜਾਏ, ਕਿਤੇ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਆ ਜੀ, ਤੂੰ ਵਾਅਦਾ ਕਰਕੇ ਗਿਆ ਸੀ। ਸਾਰੀ ਰਾਤ ਆਪਣੇ ਪਿਆਰੇ ਦੀ ਯਾਦ ਵਿੱਚ ਗੁਜ਼ਾਰ ਦਿੱਤੀ, ਸਾਰੀ ਰਾਤ ਹੀ ਅਰਦਾਸਾਂ ਕਰਦੇ ਰਹੇ। ਗੁਰੂ ਨਾਨਕ ਸਾਹਿਬ ਨੂੰ ਵੀ ਸੁਨੇਹਾ ਮਿਲਿਆ ਹੋਇਆ ਸੀ। ਸਾਹਿਬ ਪਹੁੰਚੇ, ਉਹਨਾਂ ਘਰ ਰੁਕਣਾ ਯੋਗ ਨਾ ਸਮਝਿਆ, ਸਵੇਰ ਦਾ ਵਕਤ ਹੈ। ਰਾਏ ਬੁਲਾਰ ਦੇ ਪੈਰਾਂ ਨੂੰ ਛੂਹਿਆ, ਰਾਏ ਬੁਲਾਰ ਨੇ ਝੱਟ ਪੈਰ ਇਕੱਠੇ ਕਰ ਲਏ ਤੇ ਅੱਗਿਓਂ ਰਾਏ ਬੁਲਾਰ ਗੁੱਸੇ ਹੋ ਕੇ ਕਹਿੰਦਾ ਹੈ, ਕਹਿਣ ਲੱਗਿਆ ਨੌਕਰ ਨੂੰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਤੈਨੂੰ ਮੈਂ ਨੌਕਰ ਨਹੀਂ ਸਮਝਦਾ, ਆਪਣੇ ਪੁੱਤਾਂ ਵਾਂਗੂ ਸਮਝਣਾ, ਤੇ ਤੂੰ ਮੇਰੇ ਪੈਰ ਨਾ ਛੂਹਿਆ ਕਰ, ਤੂੰ ਮੇਰੇ ਪੈਰ ਕਿਉਂ ਛੂਹਣਾ। ਪੈਰ ਦੁਬਾਰੇ ਫਿਰ ਛੂ ਲਏ। ਉਹ ਫਿਰ ਗੁੱਸੇ ਹੋਏ ਤੇ ਫਿਰ ਰਾਏ ਬੁਲਾਰ ਨੂੰ ਉਹਨੇ ਬਚਨ ਆਖਿਆ, ਕਹਿਣ ਲੱਗੇ ਰਾਏ ਜੀ ਅੱਜ ਤੁਹਾਡੇ ਪੈਰ ਮੈਂ ਨਹੀਂ ਛੂ ਰਿਹਾ, ਹੋਰ ਕੌਣ ਹੈ ਮੇਰੇ ਕਮਰੇ 'ਚ, ਤਾਂ ਹੋਰ ਕੋਈ ਆਉਂਦਾ ਹੀ ਨਹੀਂ। ਕਹਿਣ ਲੱਗੇ ਉਹੀਓ ਤੇਰੇ ਪੈਰ ਛੂ ਰਿਹਾ ਜਿਹਨੂੰ ਸਾਰੀ ਰਾਤ ਯਾਦ ਕਰਦਾ ਸੀ, ਉਹੀਓ ਆ ਗਿਆ। ਤਾਹਾਂ ਨਿਕਲ ਗਈਆਂ ਮੇਰਾਂ ਦੀਆਂ ਸਾਈਆਂ, ਅਸੀਂ ਉਹ ਵਾਅਦੇ ਕਰਕੇ ਪੂਰੇ ਨਹੀਂ ਕਰਦੇ, ਪਰ ਤੂੰ ਵਾਅਦਿਆਂ ਤੋਂ ਨਹੀਂ ਕਦੇ ਮੁੱਕਰਦਾ। ਕਹਿਣ ਲੱਗੇ ਦਾਤਿਆ ਇਹ ਕੀ ਕਹਿਰ ਕਰਦੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਚਲੇ ਗਏ। ਰਾਏ ਬੁਲਾਰ ਕਹਿਣ ਲੱਗੇ ਸਤਿਗੁਰੂ ਮੇਰੀਆਂ 2 ਕੁ ਮੰਗਾਂ ਪੂਰੀਆਂ ਕਰ ਦਿਓ। ਸਾਹਿਬ ਕੋਲ ਬੈਠ ਕੇ ਕਹਿਣ ਲੱਗੇ ਦੱਸੋ। ਕਹਿਣ ਲੱਗੇ ਪਹਿਲੀ ਮੰਗ ਤਾਂ ਇਹ ਵੀ ਮੈਂ ਹਰ ਵਾਰੀ ਤੁਹਾਨੂੰ ਮੱਥਾ ਟੇਕਿਆ। ਯਾਦ ਰੱਖਿਓ ਜੇ ਜਦੋਂ ਮਹਿਤਾ ਕਾਲੂ ਵੀ ਸੁਲਤਾਨਪੁਰ ਲੋਧੀ ਗਏ ਸਨ, ਪਿੱਛੇ ਜ਼ਿਕਰ ਕੀਤਾ ਮੈਂ, ਉਦੋਂ ਰਾਏ ਨੂੰ ਪੁੱਛ ਕੇ ਗਏ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਕੋਈ ਸੁਨੇਹਾ, ਤੇ ਰਾਏ ਬੁਲਾਰ ਕਹਿਣ ਲੱਗਾ ਵੀ ਤੁਸੀਂ ਜੋ ਮੈਂ ਕਹਿਣਾ ਉਹ ਤਾਂ ਤੁਸੀਂ ਕਰਨਾ ਨਹੀਂ, ਪਰ ਫਿਰ ਵੀ ਮੈਂ ਕਹਿ ਦਿੰਦਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਚਰਨ ਚੁੰਮ ਸਕਦੇ ਹੋ। ਮਹਿਤਾ ਕਾਲੂ ਚੁੱਪ ਕਰ ਗਏ। ਰਾਏ ਬੁਲਾਰ ਆਪੇ ਕਹਿਣ ਲੱਗੇ ਮੈਨੂੰ ਪਤਾ ਹੈ ਤੇਰੇ ਕੋਲੋਂ ਨਹੀਂ ਹੋਣਾ, ਇੱਕ ਕੰਮ ਕਰੀ ਉਹਨੂੰ ਗਲਵੱਕੜੀ 'ਚ ਲੈ ਕੇ ਮੱਥਾ ਚੁੰਮ ਲਈ, ਉਹਦਾ ਮੱਥਾ ਤਾਂ ਚੁੰਮ ਹੀ ਸਕਦਾ ਨਾ। ਇੰਨਾ ਪਿਆਰ ਕਰਦੇ ਸੀ ਰਾਏ ਬੁਲਾਰ। ਤੇ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਦਾਤਿਆ ਇਹ ਕੀ ਅਨਰਥ ਕਰਦੇ ਹੋ, ਸਾਰੀ ਜ਼ਿੰਦਗੀ ਜਿਹੜੇ ਸਿਰ ਨੇ ਤੁਹਾਡੇ ਚਰਨਾਂ ਤੇ ਨਮਸਕਾਰ ਕੀਤੀ ਹੈ, ਇਹ ਆਖਰੀ ਵੇਲੇ ਇਵੇਂ ਨਾ ਕਰੋ। ਸਾਹਿਬ ਕਹਿੰਦੇ ਦੱਸੋ। ਕਹਿਣ ਲੱਗੇ ਮੈਨੂੰ ਗਲਵੱਕੜੀ 'ਚ ਲੈ ਲਓ। ਸਤਿਗੁਰਾਂ ਨੇ ਜਿਵੇਂ ਬਜ਼ੁਰਗ ਨੂੰ ਚੁੱਕ ਕੇ ਗਲਵੱਕੜੀ 'ਚ ਲਈ ਦਾ ਪਿੱਛੇ ਆਪ ਬੈਠ ਕੇ ਉਹਨੂੰ ਗਲਵੱਕੜੀ 'ਚ ਲੈ ਲਿਆ। ਰਾਏ ਨੇ ਸਾਰਾ ਜ਼ੋਰ ਲਾ ਕੇ ਆਪਣਾ ਚਿਹਰਾ ਘੁਮਾ ਲਿਆ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਿਹਾ। ਦਰਸ਼ਨ ਕਰਦਿਆਂ ਕਰਦਿਆਂ ਕਹਿਣ ਲੱਗੇ ਪਾਤਸ਼ਾਹ ਬਸ ਬੁੱਕਲ ਵਿੱਚ ਹੀ ਸਮਾਈ ਰੱਖੀ। ਤੇ ਇੱਕ ਵਕਤ ਆਇਆ
ਗੁਰੂ ਦੇ ਦੀਦਾਰ ਕਰਦਿਆਂ ਕਰਦਿਆਂ ਅੱਖਾਂ ਦੇ ਦਰਵਾਜ਼ੇ ਬੰਦ ਹੋ ਗਏ। 1515 ਸਨ ਦੀ ਘਟਨਾ ਹੈ। ਗੁਰੂ ਨਾਨਕ ਸਾਹਿਬ ਜੀ ਉਦਾਸੀ ਸਮਾਪਤ ਕਰਕੇ ਆਏ ਸੀ। ਰਾਏ ਬੁਲਾਰ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਆਪਣੇ ਸਵਾਸ ਛੱਡ ਗਿਆ। ਵਕਤ ਮਿਲਿਆ, ਡਾਕਟਰ ਹਰਪਾਲ ਸਿੰਘ ਪੰਨੂ ਨੇ ਕਿਤਾਬ ਲਿਖੀ ਹੋਈ ਤਾਸਕੀ, ਉਹ 'ਚ ਸਾਰਾ ਜ਼ਿਕਰ ਹੈ, ਕਦੇ ਪੜ੍ਹ ਲੈਣਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਹੱਥੀਂ ਉਹਦਾ ਜੋ ਕਿਰਿਆ ਕਰਮ ਸੀ ਉਹ ਕੀਤਾ। ਇਹ ਪਹਿਲੀ ਉਦਾਸੀ ਖਤਮ ਹੋਈ ਹੈ। ਉਸ ਤੋਂ ਬਾਅਦ 3 ਉਦਾਸੀਆਂ ਹੋਰ ਨੇ। ਜਿਵੇਂ ਜਿਵੇਂ ਆਪਣਾ ਕੱਲ੍ਹ ਦਾ ਸਮਾਂ ਬਣੇਗਾ ਤੇ ਪਰਸੋਂ ਤੱਕ ਆਪਾਂ, ਮੇਰੀ ਕੋਸ਼ਿਸ਼ ਹੋਏਗੀ ਵੀ ਵਿੱਚੋਂ ਵਿੱਚੋਂ ਜੀਵਨ ਦੇ ਆਪਾਂ ਦਰਸ਼ਨ ਕਰਕੇ ਸਾਰੀ ਸਮਾਪਤੀ ਕਰ ਸਕੀਏ। ਇੰਨੀਆਂ ਬੇਨਤੀਆਂ ਕਬੂਲ ਕਰਿਓ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ, ਆਪਾਂ ਬੜਾ ਪਿਆਰ ਕਰਨੇ ਆਪਣੇ ਧੀਆਂ ਪੁੱਤਾਂ, ਕਾਰੋਬਾਰ, ਆਪਣੇ ਆਪ ਨੂੰ, ਧਨ ਦੌਲਤ ਨੂੰ, ਪਰ ਥੋੜ੍ਹਾ ਜਿਹਾ ਪਿਆਰ ਗੁਰੂ ਨਾਨਕ ਸਾਹਿਬ ਲਈ ਵੀ ਕਰਿਆ ਕਰੀਏ। ਉਹਨੇ ਬੜੀਆਂ ਬਖਸ਼ਾਂ ਕੀਤੀਆਂ ਨੇ ਸਾਡੇ 'ਤੇ, ਬੜੀਆਂ ਰਹਿਮਤਾਂ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਈਏ। ਹੋ ਸਕਿਆ ਤਾਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੀਏ। ਅੰਮ੍ਰਿਤਮਈ ਬਾਣੀ ਨਾਲ ਰਿਸ਼ਤਾ ਜੋੜ ਲਈਏ। ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣ ਜਾਈਏ। ਮਾਲਕ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈ ਜਾਣਗੀਆਂ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।